ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਸੈਨੇਟ ਚੋਣਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਗਿਆ, ਉਸ ਤੋਂ ਬਾਅਦ ਹੁਣ ਯੂਨੀਵਰਸਿਟੀ ਵੱਲੋਂ ਪਰਚਾ ਦਰਜ ਕਰਵਾ ਦਿੱਤਾ ਗਿਆ ਔਰ ਇਸ ਪਰਚੇ ਦੇ ਵਿੱਚ ਕੁੱਲ 3 ਨਾਮ ਨੇ, ਜਿਹਦੇ ਵਿੱਚ ਅਮਨ ਪੀਯੂ ਅਮਨਦੀਪ ਕੌਰ ਆ ਜਿਹੜੀ ਉਹ ਵੀ ਸ਼ਾਮਲ ਆ ਔਰ ਉਹਨਾਂ ਦੇ ਮਾਤਾ ਪਿਤਾ ਸਾਡੇ ਨਾਲ ਨੇ। ਸਭ ਤੋਂ ਪਹਿਲੀ ਪੌੜ ਗੋਈ ਆ ਵੀ ਪਰਚੇ ਤਾਂ ਹੁੰਦੇ ਹੀ ਹੁੰਦੇ ਆ, ਇਹਦੇ 'ਚ ਕੋਈ ਰੌਲਾ ਨਹੀਂ। ਤੇ ਇਸ ਕਰਕੇ ਸਾਨੂੰ ਕੋਈ ਬਹੁਤਾ ਐਂ ਨਹੀਂ ਮਹਿਸੂਸ ਹੋਇਆ ਵੀ ਉਹਦੇ 'ਚ ਪਰਚਾ ਕਿਉਂ ਦਰਜ ਹੋਇਆ। ਸਗੋਂ ਉਹਨੇ ਮੈਨੂੰ ਐਂ ਕਿਹਾ, ਡੈਡੀ ਅਖੇ ਮਿਲ ਗਿਆ ਤਗਮਾ। ਪਹਿਲਾਂ ਮੈਂ ਵਾਂਗੂ ਹੀ ਕੁਝ ਇਹ ਰਿਐਕਸ਼ਨ ਸੀ ਅਮਨ, ਇਹ ਰਿਐਕਸ਼ਨ ਸੀ ਅਮਨ ਦਾ। ਤੇ ਮੈਂ ਉਹਨੂੰ ਕਿਹਾ, ਮੈਂ ਪੁੱਤ ਵਧਾਈਆਂ। ਬੱਚਿਆਂ ਤੇ ਹੁੰਦੇ ਆ, ਜਦੋਂ ਹੁਣ ਬੱਚਿਆਂ ਨੇ ਸੰਘਰਸ਼ ਵਿੱਢਿਆ ਹੋਇਆ ਵਾ ਤੇ ਬੱਚਿਆਂ ਤੇ ਪਰਚੇ ਹੋਣੇ ਆ। ਬੱਚਿਆਂ ਨੇ ਹੁਣ ਜੇ ਸੰਘਰਸ਼ ਦੇ ਰਾਹ ਤੇ ਤੁਰੇ ਹੋਏ ਆ ਤੇ ਬੱਚਿਆਂ ਤੇ ਹੀ ਪਰਚੇ ਹੋਣੇ ਆ। ਅਸਲ 'ਚ ਤੁਹਾਨੂੰ ਦੱਸਦਾ ਵੀ ਇਹ 28 ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਇਹਨਾਂ ਨੇ ਧੌਣ ਤੇ ਗੋਡਾ ਰੱਖ ਕੇ ਪ੍ਰਸ਼ਾਸਨ ਦੇ ਉਹ ਜਿੱਤਿਆ, ਉਹਨੂੰ ਉਹ ਪਚਾ ਨਹੀਂ ਸਕਿਆ। ਕਿਉਂਕਿ ਉਹਦੀ ਰਣਨੀਤੀ ਇਹ ਸੀ ਵੀ ਨਾ ਤਾਂ ਚੋਣਾਂ ਹੋਣ ਦਿੱਤੀਆਂ ਜਾਣ, ਨਾ ਹੀ ਅਸੀਂ ਯੂਨੀਵਰਸਿਟੀ ਖੋਲ੍ਹਣੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਲੋਕਮਤ ਟੀਵੀ। ਮੈਂ ਜਸਪਾਲ ਮਾਨ। ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਸੈਨੇਟ ਚੋਣਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਗਿਆ, ਉਸ ਤੋਂ ਬਾਅਦ ਹੁਣ ਯੂਨੀਵਰਸਿਟੀ ਵੱਲੋਂ ਪਰਚਾ ਦਰਜ ਕਰਵਾ ਦਿੱਤਾ ਗਿਆ ਔਰ ਇਸ ਪਰਚੇ ਦੇ ਵਿੱਚ ਕੁੱਲ 3 ਨਾਮ ਨੇ, ਜਿਹਦੇ ਵਿੱਚ ਅਮਨ ਪੀਯੂ ਅਮਨਦੀਪ ਕੌਰ ਆ ਜਿਹੜੀ ਉਹ ਵੀ ਸ਼ਾਮਲ ਆ ਔਰ ਉਹਨਾਂ ਦੇ ਮਾਤਾ ਪਿਤਾ ਸਾਡੇ ਨਾਲ ਨੇ। ਸੁਰਜੀਤ ਜੀ ਸਾਡੇ ਨਾਲ ਨੇ ਔਰ ਹਰਵੰਸ ਕੌਰ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਨੇ ਔਰ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ, ਜਾਣ ਲੈਂਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਹਾਲਾਤ ਨੇ ਔਰ ਕੀ ਗੱਲਬਾਤ ਹੋਈ ਅਮਨ ਦੇ ਨਾਲ ਔਰ ਅੱਗੇ ਕਿਸ ਤਰ੍ਹਾਂ ਦੇ ਨਾਲ ਰਣਨੀਤੀ ਦੇ ਤਹਿਤ ਜਿਹੜਾ ਇਸ ਤਰ੍ਹਾਂ ਦੇ ਨਾਲ ਸੰਘਰਸ਼ ਦੇ ਵਿੱਚ ਅਮਨ ਸ਼ਾਮਲ ਹੁੰਦੀ ਰਹੇਗੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੀ ਮਾਨ ਸਾਹਿਬ ਬਹੁਤ ਧੰਨਵਾਦ। ਅੱਛਾ, ਸਭ ਤੋਂ ਪਹਿਲਾਂ ਇੰਸੀਡੈਂਟ ਬਾਰੇ ਦੱਸੋ ਜੀ ਕਿ ਜਿਹੜਾ ਪ੍ਰੋਟੈਸਟ ਚੱਲਦਾ ਸੀਗਾ ਉਹ ਤਾਂ ਸਾਰਿਆਂ ਨੂੰ ਪਤਾ ਸੀਗਾ, ਲਗਾਤਾਰ ਦੇਖਦੇ ਰਹਿੰਦੇ, ਸੋਸ਼ਲ ਮੀਡੀਆ ਤੇ ਵੀ ਆਉਂਦਾ ਰਹਿੰਦਾ। ਔਰ ਤੁਹਾਨੂੰ ਪਰਚੇ ਬਾਰੇ, FIR ਬਾਰੇ ਕਿਸ ਤਰ੍ਹਾਂ ਪਤਾ ਲੱਗਿਆ ਇੰਸੀਡੈਂਟ? ਇਹਦੀ ਕਹਾਣੀ ਸਾਰੀ ਸਮਝਾਓ ਪਹਿਲਾਂ। ਇਹ ਸਾਨੂੰ ਅਸਲ 'ਚ ਤਾਂ ਫੇਸਬੁੱਕ ਤੋਂ ਹੀ ਪਤਾ ਲੱਗਾ, ਪਰ ਮੇਰੇ ਤੇ ਉਹਨੂੰ ਐਡਾ ਭਰੋਸਾ, ਕਿਉਂਕਿ ਮੈਂ ਇਹ ਜਿਹੇ ਸੰਘਰਸ਼ ਦੇ ਰਾਹ 'ਚ ਕਿਹੋ ਜਿਹੀਆਂ ਦੁਸ਼ਵਾਰੀਆਂ, ਕਿਹੋ ਜਿਹੀਆਂ ਔਕੜਾਂ ਆਉਣਗੀਆਂ, ਮੈਂ ਉਹਦੇ ਬਾਰੇ ਜਾਣਦਾ ਵੀ ਹਾਂ। ਤੇ ਮੈਨੂੰ ਕੋਈ ਇਹੋ ਜਿਹਾ ਕੋਈ ਮਤਲਬ ਭੁਲੇਖਾ ਨਹੀਂਗਾ ਵੀ ਇਹ ਹੋਣਗੇ ਹੀ। ਤੇ ਇਸ ਕਰਕੇ ਮੇਰੇ ਨਾਲ ਉਹ ਹਰ ਗੱਲ ਸਾਂਝੀ ਕਰ ਲੈਂਦੀ ਹੈ ਤੇ ਮੈਂ ਉਹ ਆਪਦੀ ਮਾਂ ਨਾਲ ਵੀ ਕਰ ਲੈਂਦੀ, ਕਿਉਂਕਿ ਹੁਣ ਮਾਂ ਵੀ ਉਹਦੀ ਸੰਘਰਸ਼ 'ਚ ਨਾਲ ਸਾਡੇ ਸ਼ਾਮਲ ਹੈ, ਕਿਸਾਨੀ ਸੰਘਰਸ਼ ਨਾਲ ਲੜਨ ਲੱਗੀ ਹੈ। ਇਹਨੂੰ ਵੀ ਪਤਾ ਲੱਗ ਗਿਆ ਵੀ ਇਹ ਤਾਂ ਮਤਲਬ ਸਭ ਤੋਂ ਪਹਿਲੀ ਪੌੜ ਗੋਈ ਆ ਵੀ ਪਰਚੇ ਤਾਂ ਹੁੰਦੇ ਹੀ ਹੁੰਦੇ ਆ, ਇਹਦੇ 'ਚ ਕੋਈ ਰੌਲਾ ਨਹੀਂ। ਤੇ ਇਸ ਕਰਕੇ ਸਾਨੂੰ ਕੋਈ ਬਹੁਤਾ ਐਂ ਨਹੀਂ ਮਹਿਸੂਸ ਹੋਇਆ ਵੀ ਉਹਦੇ 'ਚ ਪਰਚਾ ਕਿਉਂ ਦਰਜ ਹੋਇਆ। ਸਗੋਂ ਉਹਨੇ ਮੈਨੂੰ ਐਂ ਕਿਹਾ, ਡੈਡੀ ਅਖੇ ਮਿਲ ਗਿਆ ਤਗਮਾ। ਪਹਿਲਾਂ ਮੈਂ ਵਾਂਗੂ ਹੀ ਕੁਝ ਇਹ ਰਿਐਕਸ਼ਨ ਸੀ ਅਮਨ, ਇਹ ਰਿਐਕਸ਼ਨ ਸੀ ਅਮਨ ਦਾ। ਤੇ ਮੈਂ ਉਹਨੂੰ ਕਿਹਾ, ਮੈਂ ਪੁੱਤ ਵਧਾਈਆਂ। ਹਾਂਜੀ, ਆਹ ਪਹਿਲਾ ਜੀ। ਅੱਛਾ, ਉਧਰ ਵੀ ਚੱਲਦੇ ਆ। ਅਮਨ ਦੇ ਮਦਰ ਆ ਹਰਵੰਸ ਕੌਰ। ਤੁਹਾਨੂੰ ਮਾਤਾ ਜੀ ਆਮ ਤੌਰ ਤੇ ਹੁੰਦਾ ਵੀ ਮਾਵਾਂ ਭਾਵੁਕ ਹੋ ਜਾਂਦੀਆਂ ਨੇ, ਹਨਾ, ਕਿਉਂਕਿ ਜਦੋਂ ਖਾਸ ਕਰਕੇ ਕੁੜੀ ਦਾ ਮਾਮਲਾ ਆ ਜਾਂਦਾ ਉਦੋਂ ਇਹ ਹੋ ਜਾਂਦਾ ਕਿ ਯਾਰ ਵੀ ਪਤਾ ਨਹੀਂ ਕੀ ਬਣੂਗਾ। ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ? ਇਹਨਾਂ ਨੂੰ ਤਾਂ ਚਲੋ ਅਮਨ ਨੇ ਦੱਸਤਾ, ਤੇ ਫਿਰ ਤੁਹਾਡਾ ਉਸ ਤੋਂ ਬਾਅਦ ਕੀ ਤੁਹਾਡੇ ਮਨ 'ਚ ਕੀ ਪਹਿਲੇ ਖਿਆਲ ਕੀ ਆਇਆ? ਮੈਨੂੰ ਜਦੋਂ ਇਹਨਾਂ ਨੂੰ ਫੋਨ ਤੇ ਗੱਲ ਕਰ ਰਹੀ ਸੀ ਅਮਨ ਨੂੰ, ਤੇ ਮੈਂ ਇਹਨਾਂ ਨੂੰ ਫਿਰ ਪੁੱਛਿਆ, ਮੈਂ ਕਿਹਾ ਕਿਹਦਾ ਫੋਨ ਆ? ਕਹਿੰਦੇ ਅਮਨ ਦਾ ਫੋਨ ਆ। ਕਹਿੰਦੇ ਅਮਨ ਤੇ FIR ਦਰਜ ਕਰਤੀ ਆ। ਤੇ ਮੈਨੂੰ ਥੋੜਾ ਜਿਹਾ ਫਿਕਰ ਹੋ ਗਿਆ ਸੀਗਾ। ਹਾਂਜੀ। ਤੇ ਫਿਰ ਮਨ 'ਚ ਕੀ ਖਿਆਲ ਆਇਆ ਵੀ ਹੁਣ ਕੀ ਹੋਊਗਾ? ਕੋਈ ਨਾ, ਫਿਰ ਕੀ ਆ, ਬੱਚਿਆਂ ਤੇ ਹੁੰਦੇ ਆ। ਜਦੋਂ ਹੁਣ ਬੱਚਿਆਂ ਨੇ ਸੰਘਰਸ਼ ਵਿੱਢਿਆ ਹੋਇਆ ਵਾ ਤੇ ਬੱਚਿਆਂ ਤੇ ਪਰਚੇ ਹੋਣੇ ਆ। ਬੱਚਿਆਂ ਨੇ ਹੁਣ ਜੇ ਸੰਘਰਸ਼ ਦੇ ਰਾਹ ਤੇ ਤੁਰੇ ਹੋਏ ਆ ਤੇ ਬੱਚਿਆਂ ਤੇ ਹੀ ਪਰਚੇ ਹੋਣੇ ਆ। ਜਦੋਂ ਆਪਾਂ ਮੁਕਾਬਲਾ ਕਰ ਰਹੇ ਹਾਂ ਕਹਿੰਦਾ ਇਹਨਾਂ ਸਰਕਾਰ ਦਾ ਮੁਕਾਬਲਾ ਕਰ ਰਹੇ ਹਾਂ ਤੇ ਫੇਰ ਹੀ ਇਹ ਕੰਮ ਹੋਣਾ ਮੈਨੂੰ। ਹਾਂਜੀ, ਆਪਾਂ ਅੱਗੇ ਚੱਲਦੇ ਹਾਂ ਜੀ, ਵਾਪਸ ਤੁਹਾਡੇ ਵੱਲ ਆਉਣਾ ਮੈਂ। ਜਦੋਂ ਮਤਲਬ ਕੁੱਲ ਮਿਲਾ ਕੇ ਸਾਰੀ ਘਟਨਾ ਜਿਹੜੀ ਹੁੰਦੀ ਆ, ਸੈਨੇਟ ਚੋਣਾਂ ਤੋਂ ਪਹਿਲਾਂ ਪ੍ਰੋਟੈਸਟ ਹੁੰਦਾ ਗਾ, ਪਰਚਾ ਜਾ ਕੇ ਬਾਅਦ ਹੁੰਦਾ, ਕਰੀਬ ਮਹੀਨੇ ਦਾ ਫਰਕ ਪੈ ਜਾਂਦਾ ਮੋਟਾ ਜੇ ਆਪਾਂ ਦੇਖ ਲਈਏ ਨਾ। ਤਾਂ ਇਹਨੂੰ ਮਤਲਬ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ? ਵੀ ਉਹੀ ਹਾਲ ਆ ਵੀ ਜਿਸ ਤਰ੍ਹਾਂ ਦੇ ਨਾਲ ਧੱਕਾਸ਼ਾਹੀ ਹੁੰਦੀ ਹੈ, ਜਿਸ ਤਰ੍ਹਾਂ ਦੇ ਨਾਲ ਜੇ ਆਪਾਂ ਹਾਕਮ ਧਿਰ ਦੇ ਜਾਂ ਹਾਕਮ ਧਿਰ ਦੇ ਨਾਲ ਸੰਬੰਧਿਤ ਲੋਕਾਂ ਦੇ ਖਿਲਾਫ ਆਵਾਜ਼ ਉਠਾਉਂਦੇ ਆ, ਉਹਨਾਂ ਦੀ ਤਾਨਾਸ਼ਾਹੀ ਦੇ ਵਿਰੁੱਧ, ਤਾਂ ਇਸੇ ਤਰ੍ਹਾਂ ਦੇ ਸਿਲਸਿਲੇ ਪਹਿਲਾਂ ਤੋਂ ਚੱਲਦੇ ਆ ਰਹੇ ਵੈਸੇ ਤਾਂ ਇਹ, ਤੈਨੂੰ ਕਿਵੇਂ ਦੇਖਦੇ ਹੋ? ਅਸਲ 'ਚ ਤੁਹਾਨੂੰ ਦੱਸਦਾ ਵੀ ਇਹ 28 ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਇਹਨਾਂ ਨੇ ਧੌਣ ਤੇ ਗੋਡਾ ਰੱਖ ਕੇ ਪ੍ਰਸ਼ਾਸਨ ਦੇ ਉਹ ਜਿੱਤਿਆ, ਉਹਨੂੰ ਉਹ ਪਚਾ ਨਹੀਂ ਸਕਿਆ। ਕਿਉਂਕਿ ਉਹਦੀ ਰਣਨੀਤੀ ਇਹ ਸੀ ਵੀ ਨਾ ਤਾਂ ਚੋਣਾਂ ਹੋਣ ਦਿੱਤੀਆਂ ਜਾਣ, ਨਾ ਹੀ ਅਸੀਂ ਯੂਨੀਵਰਸਿਟੀ ਖੋਲ੍ਹਣੀ ਹੈ। ਇਹਨਾਂ ਨੇ ਦੋਨੇ ਮੰਗਾਂ ਮਨਾਉਣ ਵਾਸਤੇ ਉਹ ਮਤਲਬ ਉਹਨਾਂ ਨੂੰ ਮਜਬੂਰ ਕਰਤਾ
ਜਦੋਂ ਉਹਨਾਂ ਨੂੰ ਮਜਬੂਰ ਕਰਤਾ ਉਹਨਾਂ ਦੀ ਨਾ ਇੱਕ ਜਿਵੇਂ ਗੁੱਸੇ 'ਚ ਨਹੀਂ ਆਪਾਂ ਮਤਲਬ ਜੇ ਹੋਰ ਨਾ ਕੁਛ ਹੋਈਏ ਤਾਂ ਆਪਾਂ ਤਿਉੜ ਗੋਈ ਵੱਟਦੇ ਆ, ਇਹ ਗੁੱਸੇ 'ਚ ਵੱਟੀ ਵੀ ਇੱਕ ਤਿਉੜ ਗੋਈ ਆ, ਹੋਰ ਕੁਛ ਨਹੀਂ ਇਹਨੂੰ ਅਸੀਂ ਸਮਝਦੇ ਵੀ ਗੁੱਸੇ 'ਚ ਤਿਉੜੀ ਪਾ ਸਕਦੇ ਸੀ, ਉਹਨਾਂ ਨੇ ਤਿਉੜੀ ਪਾਤੀ ਆ, ਬਸ ਆਹੀ ਇਹ ਤੋਂ ਵੱਡਾ ਨਹੀਂ। ਇਹਦੇ ਵਿੱਚ ਹੈ ਕੀ ਹੈ, ਮਤਲਬ ਇਹਨਾਂ ਨੇ ਲਿਖਿਆ ਕੀ ਹੈ ਪਰਚੇ ਦੇ ਵਿੱਚ? ਤੁਸੀਂ ਮਾੜਾ ਮੋਟਾ ਸੁਣਿਆ ਹੋਣਾ, ਮਨ ਨਾਲ ਗੱਲਬਾਤ ਹੋਈ ਨਹੀਂ, ਜਿੰਨਾ ਕੁ ਹੈ ਤੁਹਾਡੇ ਧਿਆਨ 'ਚ ਆਇਆ। ਜਿਹੜਾ ਪਰਚਾ ਇਹ ਸਿਕਿਉਰਿਟੀ ਅਫਸਰ ਆ ਉਹਦੇ ਵੱਲੋਂ ਦਰਜ ਕਰਾਇਆ ਗਿਆ ਤੇ ਉਹਦੇ ਵੱਲੋਂ ਮਤਲਬ ਘੇਰਨ ਦਾ, ਘੇਰ ਕੇ ਜਿਵੇਂ ਆਪਾਂ ਪ੍ਰੋਟੈਸਟ ਕਰਦੇ ਆ, ਕੁਝ ਮਾੜਾ ਮੋਟਾ ਮਾਰ-ਕੁੱਟ ਕਰਦੇ ਆ, ਕੁਝ ਇਹੋ ਜਿਹੀਆਂ ਧਰਾਵਾਂ ਤਾਂ ਲਾਉਂਦੇ ਹੀ ਹੁੰਦੇ ਆ ਇਹ, ਕਿਉਂਕਿ ਉਹਨੂੰ BC ਨੂੰ ਮਤਲਬ ਮੋਟਰਸਾਈਕਲ ਤੇ ਬੈਠਾ ਉਹ ਮੋਟਰਸਾਈਕਲ ਤੇ ਬੈਠੇ ਦੇ ਦੌਰਾਨ ਇਹਦੀ ਤਾਂ ਵਿੱਚ ਤਸਵੀਰ ਵੀ ਹੈ ਨਹੀਂ, ਚਲੋ ਮੁੰਡੇ 3 ਮੁੰਡੇ ਆ ਤੋਂ ਬਿਨਾਂ 4 ਆ ਇਹ, ਤੇ ਉਹ 3 ਮੁੰਡਿਆਂ ਤੋਂ ਵੀ ਪਤਾ ਨਹੀਂ ਕਿਹਦੀ ਤਸਵੀਰ ਹੈਗੀ, ਕਿਉਂਕਿ ਤਸਵੀਰ ਪੱਖੋਂ ਮੈਂ ਵੀ ਉਹਨਾਂ ਮੁੰਡਿਆਂ ਨੂੰ ਉਵੇਂ ਇੱਕ ਨੂੰ ਤਾਂ ਮੈਂ ਮਿਲਿਆ ਤੇ ਦੂਜਿਆਂ 2 ਮੁੰਡਿਆਂ ਨੂੰ ਤਾਂ ਮੈਂ ਜਾਣਦਾ ਨਹੀਂਗਾ। ਤੇ ਅਸਲ 'ਚ ਤਾਂ ਇਹ ਆ ਵੀ ਉਹ ਇੱਕ ਨਾ ਜਿਵੇਂ ਕੋਈ ਪਹਿਲੀ ਗੱਲ ਤਾਂ ਇਹ ਕੀਤਾ ਹੀ ਮਹੀਨੇ ਬਾਅਦ ਆ ਪਰਚਾ, ਵੀ ਜਿਹੜੀ ਕੁੱਟ ਮਾਰਦਾ ਸਿਕਿਉਰਿਟੀ ਅਫਸਰ ਨੂੰ ਉੱਥੋਂ ਦੇ BC ਨੂੰ ਮਹੀਨੇ ਬਾਅਦ ਪਤਾ ਲੱਗਦਾ ਵੀ ਮੇਰੇ ਕੁੱਟ ਪਈ ਆ, ਉਹ ਤਾਂ ਪਹਿਲੀ ਗੱਲ ਉਹੀ ਜਾਇਜ਼ ਨਹੀਂ ਗਿਣੀ ਜਾਈ ਚਾਹੀਦੀ। ਪਰਚਾ ਤਾਂ ਦੂਜੇ ਦਿਨ ਹੀ ਹੋਣਾ ਚਾਹੀਦਾ ਸੀ ਜੇ ਇਹਨਾਂ ਨੂੰ ਇੰਨਾ ਹੀ ਲੱਗਦਾ ਸੀ। ਅਸਲ 'ਚ ਪਰਚਾ ਦੂਜੇ ਦਿਨ ਕਿਉਂ ਨਹੀਂ ਹੋਇਆ ਮਾਨ ਸਾਹਿਬ? ਉਦੋਂ ਚੱਲਦਾ ਸੀ ਸੰਘਰਸ਼ ਉੱਥੇ, ਉਸ ਸੰਘਰਸ਼ 'ਚ ਇਹਨਾਂ ਨੇ ਕਿਹਾ ਵੀ ਜੇ ਅੱਜ ਅਸੀਂ ਇਹ ਕਦਮ ਚੱਕਦੇ ਹਾਂ ਤਾਂ ਸਾਰੇ ਤਾਂ ਬੈਠੇ ਹੀ ਆ ਇੱਥੇ। ਇਹਨਾਂ ਨੂੰ ਅਸਲ ਇਹ ਭੁਲੇਖਾ ਸੀ ਵੀ ਦੁਬਾਰੇ ਨਹੀਂ ਇਹ ਇਕੱਠੇ ਹੋ ਸਕਦੇ, ਪਰ ਜਦੋਂ ਦੁਬਾਰੇ ਫੇਰ ਉਹੀ ਗੋਡਾ ਧੌਣ ਤੇ ਜਾ ਕੇ ਰੱਖਤਾ, ਹੁਣ ਇਹ ਵਾਪਸ ਲੈਣ ਵਾਸਤੇ ਵੀ ਮਨਜ਼ੂਰ ਹੋਣਗੇ ਲਾਜ਼ਮੀ, ਕਿਉਂਕਿ ਜਦੋਂ ਵਿਦਿਆਰਥੀ ਸੰਘਰਸ਼ ਦੇ ਰਾਹ ਪੈਂਦੇ ਆ ਨਾ, ਉਹ ਫਿਰ ਇਹ ਨਹੀਂ ਢੀਕਦੇ ਵੀ ਇਹ ਸਾਨੂੰ ਅਸੀਂ ਕੱਲ੍ਹ ਅਜੇ ਲੜ ਕੇ ਆਏ ਤੇ ਅੱਜ ਫੇਰ ਜਾਣਾ ਪੈ ਰਿਹਾ, ਫਿਰ ਤਾਂ ਉਹ ਮਹੀਨਿਆਂ ਬੱਧੀ ਕਿਸਾਨਾਂ ਵਾਂਗੂ ਤਿਆਰੀ ਕਰਕੇ ਜਾਂਦੇ ਆ। ਇਹ ਜੀ ਹੁਣ ਗੱਲ ਕੋਈ ਕਮਜ਼ੋਰੀ ਨਹੀਂ, ਕਿਉਂਕਿ ਬੱਚਿਆਂ ਨੂੰ ਸਮਝ ਆ ਚੁੱਕੀ ਹੈ, ਸਾਡੀਆਂ ਨੌਕਰੀਆਂ ਵੀ ਜਾਣੀਆਂ, ਸਾਡੇ ਜਿਹੜੇ ਸਾਨੂੰ ਹੱਕ ਹਕੂਕ ਇਹਨਾਂ ਯੂਨੀਵਰਸਿਟੀ 'ਚ ਮਿਲਦੇ ਆ ਫੀਸਾਂ ਦੇ ਜਾਂ ਹੋਰ, ਉਹ ਵੀ ਸਾਡੇ ਜਾਣੇ ਆ। ਜੇ ਅਸੀਂ ਨਾ ਲੜਾਈਆਂ ਲੜੀਆਂ ਸਾਤੋਂ ਪੜਿਆ ਵੀ ਨਹੀਂ ਜਾਣਾ, ਇਹ ਬੱਚਿਆਂ ਨੂੰ ਪਤਾ ਲੱਗ ਗਿਆ। ਅੱਛਾ, ਇੱਕ ਚੀਜ਼ ਹੋਰ ਆ ਜੀ ਕਿ ਮਤਲਬ ਅਲੱਗ-ਅਲੱਗ ਤਰਕ ਆ ਜਿਹੜੇ ਉਹ ਦਿੱਤੇ ਜਾ ਰਹੇ ਕਿ ਆਵਾਜ਼ ਆ ਜਿਹੜੀ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੰਘਰਸ਼ ਦੀ। ਹੁਣ ਜਿਵੇਂ ਬਿੱਲਾ ਧਾਲੀਵਾਲ ਵੀ ਸੀਗਾ, ਹੋਰ ਵੀ ਸੈਨੇਟਰ ਚੋਣਾਂ ਦੇ ਵਿੱਚ ਇਲੈਕਸ਼ਨ ਲੜੇ ਆ, ਪਰ ਉਹ ਨਹੀਂ ਆਏ ਕੋਈ। ਭੁਪਿੰਦਰ ਹੋਣੀ ਸੀ, ਅਭਿਜੋਤ ਮਾਨ ਸੀਗੇ, ਤੇ ਬਹੁਤ ਸਾਰੇ ਲੋਕ ਸੀਗੇ ਮਹਾਨ ਹਸਤੀਆਂ ਆਈਆਂ ਜੀ ਉੱਥੇ, ਜਿਹੜੀਆਂ ਹਸਤੀਆਂ ਦਾ ਜ਼ਮੀਰ ਜਿਉਂਦੀ ਹੈ, ਜਿਹੜੀਆਂ ਹਸਤੀਆਂ ਨੂੰ ਦਰਦ ਹੈ ਪੰਜਾਬ ਦਾ, ਪੰਜਾਬੀ ਦਾ, ਪੰਜਾਬ ਯੂਨੀਵਰਸਿਟੀ ਦਾ, ਵਿਦਿਆਰਥੀਆਂ ਦੇ ਨਾਲ ਹੋ ਰਹੇ ਧੱਕੇ ਨੂੰ ਸਮਝਦੇ ਆ ਜਿਹੜੇ ਲੋਕ, ਉਹ ਹਮਦਰਦੀ ਵਜੋਂ ਉਹਨਾਂ ਨੇ ਇੱਥੇ ਬੈਠਿਆਂ ਵੀ ਹਮਦਰਦੀ ਕੀਤੀ ਹੈ। ਜਿਹੜੇ ਨਹੀਂ ਜਾ ਸਕਦੇ ਸੀ, ਪਰ ਜਿਹੜੇ ਜਾ ਸਕਦੇ ਸੀ ਉਹਨਾਂ ਨੇ ਜਾ ਕੇ ਉਸ ਘੋਲ ਦੇ ਵਿੱਚ ਹਾਜ਼ਰੀ ਵੀ ਲਵਾਈ ਹੈ। ਮੈਂ ਉਹੀ ਸਵਾਲ ਕਰ ਰਿਹਾ ਸੀ ਕਿ ਜਿਹੜੇ ਲੋਕ ਸ਼ਾਮਲ ਹੋਏ ਨੇ, ਜਿਹੜੇ ਡਾਇਰੈਕਟਲੀ ਇਨਡਾਇਰੈਕਟਲੀ ਪੰਜਾਬ ਯੂਨੀਵਰਸਿਟੀ ਦੇ ਨਾਲ ਜਿਹੜਾ ਤਾਲੁਕਾਤ ਰੱਖਦੇ ਨੇਗੇ, ਬੇਸ਼ੱਕ ਉਹ ਕੋਈ ਉੱਥੇ ਪੜ੍ਹਾ ਰਿਹਾ, ਬੇਸ਼ੱਕ ਕੋਈ ਚੋਣਾਂ ਲੜ ਰਿਹਾ ਹੈਗਾ, ਹੈ ਨਾ, ਤਾਂ ਤੁਹਾਡੇ ਹਿਸਾਬ ਨਾਲ ਉਹਨਾਂ ਨਾਲ ਵੀ ਕਿਹੜ ਕੱਢੀ ਜਾਂਦੀ ਹੈ, ਇਸ ਤਰ੍ਹਾਂ ਦੇ ਨਾਲ ਕਿਹੜ ਕੱਢੀ ਜਾ ਸਕਦੀ ਹੈ? ਬਿਲਕੁਲ ਕੱਢੀ ਜਾ ਸਕਦੀ ਹੈ, ਕਿਉਂਕਿ ਜਦੋਂ ਆਪਾਂ ਕਿਸੇ ਉਹ ਕਹਿੰਦੇ ਹੁੰਦੇ ਆ ਨਾ ਵੀ ਜਿਹੜਾ ਲਲਕਾਰਾ ਮਾਰਦਾ, ਜਿਹੜਾ ਕਤਲ ਕਰਦਾ, ਇੱਕ ਲਲਕਾਰਾ ਮਾਰਦਾ ਹੁੰਦਾ, ਉਹ ਲਲਕਾਰੇ ਕੇ ਮਾਰਨ ਵਾਲੇ ਤੇ ਵੀ ਕੇਸ ਦਰਜ ਨਾਲ ਹੁੰਦਾ ਨਾ। ਅਸਲ 'ਚ ਇਹ ਉਹ ਇਨਕਲਾਬੀ ਭਾਵਨਾਵਾਂ ਨੂੰ ਉਸ ਮਾਮਲੇ ਤੋਂ ਸਮਝ ਨਹੀਂ ਰਹੇ। ਜਿਹੜੇ ਹੁਣ ਪ੍ਰੋਫੈਸਰ ਮਨਜੀਤ ਆ, ਉਹ ਆਂਦੇ ਵੀ ਸਾਨੂੰ 50 ਸਾਲ ਹੋ ਗਏ, ਕੱਲ ਉਹਨਾਂ ਨੇ ਬੋਲੇ, ਉਹ ਆਂਦੇ ਸਾਨੂੰ 50 ਸਾਲ ਹੋ ਗਏ ਯੂਨੀਵਰਸਿਟੀ ਵੇਖਦਿਆਂ ਨੂੰ, ਆਹ ਜਿਹੜੇ ਅੱਜ ਹਾਲਾਤ ਬਣੇ ਹੋਏ ਆ 50 ਸਾਲ ਪਹਿਲਾਂ ਕਦੇ ਨਹੀਂ ਬਣੇ। ਜਦੋਂ ਦਾ ਇਹ VC ਆਇਆ ਉਦੋਂ ਤੋਂ ਲੈ ਕੇ ਇਹਨੇ ਕਿਵੇਂ ਉੱਥੇ ਜਿਵੇਂ ਹਰਿਆਣੇ 'ਚ ਇਹਨਾਂ ਨੇ ਰੋਕਾਂ ਲਾਈਆਂ ਸੀ, ਕਿਸ ਤਰ੍ਹਾਂ ਦੀਆਂ ਇਹਦੀਆਂ ਰੋਕਾਂ ਲਾਈਆਂ ਹੋਈਆਂ, ਕਿਵੇਂ ਦਫ਼ਤਰ ਕੋਲ ਕੋਈ ਜਾ ਨਹੀਂ ਸਕਦਾ, ਕਿਵੇਂ ਇਹਦੇ ਘਰ ਨੂੰ ਕਿਵੇਂ ਇਹਨੂੰ ਲੈ ਕੇ ਜਾਂਦੇ ਆ, ਸਿਕਿਉਰਿਟੀ ਦੇ ਵਿੱਚ ਕਿਵੇਂ ਰਹਿੰਦਾ। ਮਤਲਬ ਅਸਲ 'ਚ ਉਹ ਜਿਹੜੀਆਂ RSS ਦੀਆਂ ਸੰਘੀ ਨੀਤੀਆਂ ਨਾ, ਉਹ ਨੀਤੀਆਂ ਇੱਥੇ ਲਾਗੂ ਕਰਨਾ ਚਾਹੁੰਦੇ ਆ। ਇਹ ਪੰਜਾਬ ਯੂਨੀਵਰਸਿਟੀ ਹੈ, ਪੰਜਾਬ ਦੀ ਉਹ ਮਿੱਟੀ ਹੈ ਜਿਹੜੀ ਮਿੱਟੀ ਨੇ ਇਹਨਾਂ ਸੰਘੀਆਂ ਕੋਲੇ ਤਾਂ ਇੱਕ ਵੀ ਸ਼ਹੀਦੀ ਦੇ ਨਾ ਹੀ ਹੈ ਨਹੀਂ ਸ਼ਹੀਦ ਦਾ ਲੈਣ ਨੂੰ। ਇਹਨਾਂ ਨੂੰ ਐਂ ਲੱਗਦਾ ਵੀ ਇਹਨਾਂ ਦੇ ਗਾਵਸਰ ਉਹਦੇ ਵਾਂਗੂ ਸਾਬਰਕਰ ਵਾਂਗੂ ਇਹ ਵੀ ਮਾਫੀਆਂ ਮੰਗ ਕੇ ਬੱਚੇ ਖਾਨੀ ਪਰਚੇ ਦਰਜ ਕਰਾ ਲੈਣਗੇ। ਇਹਨਾਂ ਨੇ ਮਾਫੀਆਂ ਥੋੜ੍ਹਾ ਮੰਗਣੀਆਂ, ਕਰ ਦਿਓ ਪਰਚੇ, ਤੁਸੀਂ ਅੰਦਰ ਕਰ ਦਿਓ। ਇਹ ਸਾਬਰਕਰ ਹੋਣੀ ਥੋੜ੍ਹਾ ਹੋਵੇ ਤੁਹਾਡੇ ਕੋਲ ਮਾਫੀ ਮੰਗ ਕੇ ਬਾਹਰ ਨਿਕਲਣਗੇ। ਇਹ ਤਾਂ ਤੁਹਾਡੀ ਧੌਣ 'ਤੇ ਗੋਡਾ ਰੱਖ ਕੇ ਬਾਹਰ ਨਿਕਲਣਗੇ ਤੇ ਨਿਕਲਣਗੇ, ਹਾਂ, ਕੋਈ ਰੋਕ ਨਹੀਂ ਸਕਦਾ। ਬਿਲਕੁਲ ਹਾਂਜੀ। ਤੇ ਤੁਹਾਡੇ ਹਿਸਾਬ ਨਾਲ ਅੱਗੇ ਹੁਣ ਇਸ ਮਸਲੇ ਦੇ ਵਿੱਚ ਮਤਲਬ ਕਿਸ ਤਰ੍ਹਾਂ ਦੇ ਨਾਲ ਇਹਦੀ ਪੈਰਵਾਈ ਕਰੋਗੇ ਉੱਥੇ? ਮਤਲਬ ਜਿਹੜੇ ਕੋਈ ਹੋਰ ਵਕੀਲ ਪੇਸ਼ੇ ਦੇ ਲੋਕ ਜੁੜੇ ਹੋਏ ਆ ਜਾਂ ਹੋਰ ਜਥੇਬੰਦੀ ਆ, ਬੇਸ਼ੱਕ PSU ਲਲਕਾਰ ਆ ਜਾਂ ਹੋਰ ਵੀ ਬਥੇਰੀਆਂ ਜਥੇਬੰਦੀਆਂ ਨੇ ਜਿਹੜੀਆਂ ਨਾਲ ਚੱਲ ਰਹੀਆਂ, ਔਰ ਉਹ ਇਹਦੇ ਵਿੱਚ ਕਿਵੇਂ ਪੈਰਵਾਈ ਕਰ ਰਹੀਆਂ ਨੇ? ਅਸਲ 'ਚ ਮਤਲਬ ਵਕੀਲਾਂ ਵੱਲੋਂ ਆਪਦੇ ਪੱਧਰ 'ਤੇ ਪੈਰਵਾਈ ਕੀਤੀ ਜਾ ਰਹੀ ਹੈ। ਉਹ ਆਂਦੇ ਵੀ ਆਪਾਂ ਪਹਿਲੀ ਗੱਲ ਤਾਂ ਪਰਚਾ ਰੱਦ ਹੀ ਕਰਾਉਣਾ, ਵੀ ਆਪਾਂ ਇਹਨੂੰ ਉੱਥੋਂ ਤੱਕ ਜਾਣ ਹੀ ਨਹੀਂ ਦੇਣਾ। ਕੱਲ੍ਹ ਜਿਹੜੇ ਵਕੀਲ ਸਾਥੀ ਇਹਨਾਂ ਦੇ ਉੱਥੇ ਆਏ ਸੀ, ਉਹਨਾਂ ਨੇ ਦੱਸਿਆ ਵੀ ਉਹ ਧਰਾਵਾਂ 'ਚ ਕੋਈ ਖਾਸ ਹੈ ਨਹੀਂ ਗਾ, ਪਹਿਲੀ ਗੱਲ ਤਾਂ ਇਹ। ਦੂਜਾ ਨੰਬਰ ਆ ਵੀ ਜਿਹੜਾ ਜਿੱਦਾਂ ਸੰਘਰਸ਼ ਹੈ ਇਸ ਵੇਲੇ ਚੱਲ ਰਿਹਾ ਹੈ, ਤੇ ਇਸ ਕਿਸਾਨੀ ਮਜ਼ਦੂਰ ਤੇ ਦੂਜੇ ਸੰਘਰਸ਼ ਨੂੰ
ਇਹਨਾਂ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਉਸ ਸੰਘਰਸ਼ ਦੇ ਨਾਲ ਹੀ ਜੁੜੇ ਹੋਏ ਆ, ਉਹ ਸੰਘਰਸ਼ ਇਹਨਾਂ ਦੇ ਨਾਲ ਜੁੜਿਆ ਹੋਇਆ। ਕੱਲ੍ਹ ਇੱਕ ਬੜੀ ਤੁਹਾਨੂੰ ਇੰਟਰਸਟਿੰਗ ਗੱਲ ਦੱਸਾਂ ਵੀ ਜਦੋਂ ਅਸੀਂ ਗਏ ਆ ਇੱਥੋਂ, ਸਾਨੂੰ ਮਤਲਬ ਆਮ ਕਰਕੇ ਪਤਾ ਲੱਗਦਾ ਸੀ ਵੀ ਯੂਨੀਵਰਸਿਟੀ ਦੇ ਵਿੱਚ ਬਾਹਰਲੀ ਗੱਡੀ ਜਾਣ ਨਹੀਂ ਦਿੰਦੇ ਉਹ। ਪਰ ਸਾਡੇ ਉਹ ਕਿਉਂਕਿ ਕਿਸਾਨੀ ਵਾਲਾ ਸੀ ਸਾਰਾ, ਉੱਤੇ ਸਪੀਕਰ ਵੀ ਲੱਗੇ ਹੋਏ ਆ, ਝੰਡੇ ਲੱਗੇ ਆ, ਤੇ ਅਸੀਂ ਜਦੋਂ ਅੰਦਰ ਵੜੇ ਸਾਨੂੰ ਸਮਾਂ ਸਿਕਿਉਰਿਟੀ ਨੇ ਇਹ ਗੱਲ ਪੁੱਛੀ ਹੈ ਜੀ ਵੀ ਕਿਸਾਨਾਂ ਦੀਆਂ ਹੋਰ ਗੱਡੀਆਂ ਕਿੰਨੀਆਂ ਆਉਣਗੀਆਂ। ਮਤਲਬ ਉਹਨਾਂ ਨੂੰ ਇਸ ਗੱਲ ਦਾ ਪਤਾ, ਸਿਕਿਉਰਿਟੀ ਨੂੰ ਵੀ ਇਸ ਗੱਲ ਦਾ ਪਤਾ ਵੀ ਇਹ ਇਕੱਲੇ ਨਹੀਂ ਆਉਂਦੇ, ਇਹਨਾਂ ਦੇ ਇੱਕ ਬਹੁਤ ਵੱਡਾ, ਅਸੀਂ ਕਿਹਾ ਜੀ ਅੱਜ ਤਾਂ ਇੱਕ ਦਿਖਾਵਾ ਹੀ ਹੈ, 5-7 ਗੱਡੀਆਂ ਜਾਂ 10 ਵੱਧ ਤੋਂ ਵੱਧ ਆ, ਮਤਲਬ ਟ੍ਰੇਲਰ ਹੀ ਹੈ। ਟ੍ਰੇਲਰ ਹੀ ਹੈ। ਪਰ ਜੇ ਬਈ ਇਹ ਐਸੇ ਤਰ੍ਹਾਂ ਅੜੇ ਰਹੇ ਫਿਰ ਅਸੀਂ ਟਰਾਲੀਆਂ ਵੀ ਲਿਆ ਕੇ ਕਢਾ ਸਕਦੇ ਹਾਂ, ਫਿਰ ਤਾਂ ਕਰੋਲਾ ਹੀ ਨਹੀਂ ਗਾ। ਹਾਂਜੀ। ਅੱਛਾ, ਇਸ ਤੋਂ ਪਹਿਲਾਂ ਵੀ ਕਦੇ ਅਮਨ ਨੇ ਇਸ ਤਰ੍ਹਾਂ ਦੇ ਨਾਲ, ਜਿਵੇਂ ਮਤਲਬ ਸ਼ੁਰੂ ਤੋਂ ਹੀ ਸੰਘਰਸ਼ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਹਿੱਸਾ ਲੈਣ ਦੀ ਨੇਚਰ ਰੱਖਦੀ ਹੈ, ਜਾਂ ਇਹ ਸੀ ਕਿ ਵੀ ਯੂਨੀਵਰਸਿਟੀ ਜਾ ਕੇ ਖਾਸ ਕਰਕੇ ਇਸ ਤਰ੍ਹਾਂ ਦੀ ਆਵਾਜ਼ਾਂ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ? ਤੁਹਾਨੂੰ ਇੱਕ ਬੜੀ ਦਿਲਚਸਪ ਸਟੋਰੀ ਇਹਦੀ ਬਚਪਨ ਦੀ ਸੁਣਾਉਣਾ। ਮੈਂ ਨਿੱਕੀ ਹੁੰਦੀ ਦੀ, ਮੈਂ ਇੱਥੋਂ ਸ਼ਾਹਕੋਟ ਵਾਲੇ ਸਾਡੇ ਸਾਥੀ ਆ ਪ੍ਰਿੰਟਿੰਗ ਪ੍ਰੈਸ ਵਾਲੇ, ਅੱਪੂ ਆਰਟ ਪ੍ਰਿੰਟਿੰਗ ਪ੍ਰੈਸ, ਉਹ ਇਨਕਲਾਬੀ ਸਾਥੀ ਆ, ਉਹ ਪ੍ਰੋਗਰਾਮ ਕੋਈ ਨਾ ਕੋਈ ਕਰਵਾਉਂਦੇ ਰਹਿੰਦੇ ਆ ਉੱਥੇ। ਉਹਨਾਂ ਨੇ ਪ੍ਰੋਗਰਾਮ ਕਰਾਇਆ ਡਾਕਟਰ ਸ਼ਿਆਮ ਸੁੰਦਰ ਦੀਪਤੀ ਦਾ। ਡਾਕਟਰ ਸ਼ਿਆਮ ਸੁੰਦਰ ਦੀਪਤੀ ਨੇ ਦੱਸਿਆ ਵੀ ਬੱਚੇ ਨੂੰ ਆਪਾਂ ਕਹਿ ਦਿੰਦੇ ਆ ਮਾਂ, ਜਿਹੜਾ ਬੱਚਾ ਵੱਡਾ ਇੱਕ 4-5 ਸਾਲ ਦਾ ਬੱਚਾ, ਸਾਡੇ ਇੱਕ ਬੱਚਾ ਨਵਾਂ ਜੰਮਿਆ, ਨਵਾਂ ਜਦੋਂ ਬੱਚਾ ਜੰਮਦਾ ਨਾ, ਅਸੀਂ ਵੱਡੇ ਬੱਚੇ ਕੋਲ, ਕਿਉਂਕਿ ਉਹਨੂੰ ਸਮਝ ਆ, ਉਹਨੂੰ ਅਸੀਂ ਝੂਠ ਮਾਰਦੇ ਹਾਂ, ਤੈਨੂੰ ਹਸਪਤਾਲ ਚੋਂ ਲੈ ਕੇ ਆਏ, ਤੈਨੂੰ ਫਲਾਣੇ ਥਾਂ ਤੋਂ ਲੈ ਕੇ ਆਏ, ਤੈਨੂੰ। ਇਹ ਅਮਨ ਉਦੋਂ 3 ਸਾਲ ਦੀ ਸੀ। ਮੈਂ ਜਦੋਂ ਸੁਣ ਕੇ ਆਇਆ ਸੈਮੀਨਾਰ, ਉਹਦਾ ਵਿੱਚ ਝੂਠ ਨਹੀਂ ਮਾਰਨਾ ਚਾਹੀਦਾ ਬੱਚੇ ਨੂੰ। ਤੁਸੀਂ ਕਿਸੇ ਜਦੋਂ ਮੱਝ ਜਾਂ ਗਾਂ ਸਾਡੀ ਬੱਚਾ ਦਿੰਦੀ ਆ, ਉਦੋਂ ਕੋਲੇ ਲੈ ਜਾਓ, ਉਹਨੂੰ ਦੱਸ ਦਿਓ ਵੀ ਐਂ ਮਾਂ ਦੇ ਪੇਟ ਚੋਂ ਤੂੰ ਨਿਕਲਦਾ। ਮੈਂ ਇੱਥੋਂ ਅਮਨ ਨੂੰ ਲੈ ਗਿਆ, ਸਾਡੇ ਮੱਝ ਇੱਥੇ ਨਾਲ ਦੇ ਘਰ 'ਚ ਹੁੰਦੀਆਂ ਸੀ। ਮੈਂ ਜਦੋਂ ਲੈ ਗਿਆ ਤੇ ਨਿੱਕੀ ਜੀ ਸੀ, ਪਹਿਲਾਂ ਤਾਂ ਉਂਗਲੀ ਜੀ ਮੂੰਹ 'ਚ ਪਾ ਕੇ ਨਾ ਘਬਰਾ ਜੇ ਗਈ, ਕਿਉਂਕਿ ਸਾਰਾ ਕੁਝ ਵੇਖ ਕੇ। ਮੈਂ ਕਿਹਾ ਪੁੱਤ ਬੱਚਾ ਆ ਵੇਖ ਹੁਣ ਪੇਟ ਚੋਂ ਨਿਕਲੂਗਾ, ਮਾਂ ਦੇ ਪੇਟ ਚੋਂ ਸਾਰੇ ਬੱਚੇ ਆਈ ਨਿਕਲਦੇ ਆ। ਇਹ ਨੈਰ ਉੱਤਰ ਕਰ ਦਿੰਦੀ ਹੈ, ਜਿਵੇਂ ਹੁਣ ਨੈਰ ਉੱਤਰ ਕਰਦੀ ਹੈ ਨਾ। 3 ਸਾਲ ਦੀ ਸੀ ਇਹ, ਮੈਨੂੰ ਪਤਾ ਕੀ ਕਹਿੰਦੀ, ਇਹਨੂੰ ਡੈਡੀ ਨਿਕਲ ਤਾਂ ਆਇਆ, ਫਿਰ ਇਹ ਮਾਂ ਦੇ ਪੇਟ 'ਚ ਗਿਆ ਕਿਵੇਂ? ਆਹ ਸਵਾਲ ਸੀ ਇਹਦਾ। ਤੁਸੀਂ ਦੱਸੋ, ਜਿਹੜਾ ਬੱਚਾ ਐਡੀ ਉਮਰ 'ਚ ਇਹੋ ਜਿਹੇ ਸਵਾਲ ਕਰਦਾ, ਸੋਚਦਾ ਅੱਗੇ ਦੀ ਗੱਲ ਵੀ ਇਹ ਫਿਰ ਗਾਂ ਵਾਲੀ ਦਾ ਵੀ ਮੈਨੂੰ ਦੇ ਉੱਤਰ, ਮਤਲਬ ਨੈਰ ਉੱਤਰ ਕਰ ਦਿੰਦੀ ਹੈ। ਕਿਉਂਕਿ ਦਿਮਾਗ ਪਹਿਲਾਂ ਤੋਂ ਹੀ ਇਹਦਾ ਲੜਾਕੂ ਵੀ ਹੈ, ਚੁਸਤ ਵੀ ਹੈ, ਤੇ ਜੇ ਕੋਈ ਇਹਦੇ ਨਾਲ ਅਧਿਆਪਕ ਵੀ ਧੱਕਾ ਕਰਦਾ ਸੀ ਨਾ, ਉਹਦੇ ਵਿਰੋਧ 'ਚ ਵੀ ਇਹ ਬੋਲਦੀ ਸੀ। ਇਸੇ ਤਰ੍ਹਾਂ ਚਟਕਾਰਾ ਯੂਨੀਵਰਸਿਟੀ 'ਚ ਇੱਕ ਮੁੰਡੇ ਦੀ ਮੌਤ ਹੋ ਗਈ। ਉਹ ਮੌਤ ਵੇਲੇ 108 ਉਦੋਂ ਚੱਲਦੀਆਂ ਸੀ ਕਿ 108 ਐਂਬੂਲੈਂਸ ਨੂੰ ਇਹਨਾਂ ਨੇ ਚਟਕਾਰਾ ਯੂਨੀਵਰਸਿਟੀ ਵਾਲਿਆਂ ਨੇ ਬੁਲਾਉਣਾ, ਆਪਦੀ ਐਂਬੂਲੈਂਸ ਇਹਨਾਂ ਦੀ ਲੇਟ ਹੋ ਗਈ ਸੀ 2 ਘੰਟੇ ਸ਼ਾਇਦ ਘੰਟਾ, ਤੇ ਉਹ ਮੁੰਡੇ ਦੀ ਉਦੋਂ ਨੂੰ ਮੌਤ ਹੋ ਗਈ। ਤੇ ਦੂਜੇ ਦਿਨ ਇਹਦੇ ਝਾੜਾ ਚੱਕ ਲਿਆ ਪੱਟਾ ਵੀ ਇਹ ਬੱਚੇ ਤੁਹਾਡੀ, ਤੁਸੀਂ ਜ਼ਿੰਮੇਵਾਰ ਆ, ਦੇ ਸਾਨੂੰ ਮਾਰਨ ਵਾਸਤੇ ਥੋੜ੍ਹਾ ਭੇਜਦੇ ਸੀ ਲੋਕਾਂ ਨੂੰ। ਮਤਲਬ ਇਹਦਾ ਪ੍ਰਾਈਵੇਟ ਯੂਨੀਵਰਸਿਟੀ ਚੱਕ ਲਿਆ ਸੀ, ਇਹ ਤਾਂ ਸਰਕਾਰੀ। ਇੱਥੇ ਤਾਂ ਇੱਕ ਬਣਿਆ ਵਾ ਗਰੁੱਪ ਹੈ, ਉੱਥੇ ਇਹਨੇ ਗਰੁੱਪ ਸ਼ੁਰੂ ਕਰ ਲਿਆ ਸੀ ਉਹੋ ਜਿਹਾ। ਇਹ ਤਾਂ ਬਾਗੀ ਆ ਸਵਾਲ, ਕੋਈ ਰੌਲਾ ਨਹੀਂ ਹੁੰਦਾ। ਅੱਛਾ, ਇੱਕ ਚੀਜ਼ ਹੋਰ ਆ ਜੀ ਕਿ ਤੁਸੀਂ ਵੀ ਅਧਿਆਪਕ ਕਿੱਤੇ ਨਾਲ ਜੁੜੇ ਹੋਏ ਹੋ, ਲੰਬਾ ਸਮਾਂ ਜਿਹੜਾ ਸੇਵਾਵਾਂ ਦਿੱਤੀਆਂ ਨੇ। ਆਪਾਂ ਦੇਖਦੇ ਹਾਂ ਕਿ ਕੁਝ ਚੀਜ਼ਾਂ ਨੇ ਹੁੰਦੀਆਂ ਨੇ ਜਿਹੜੀਆਂ ਸਾਡੇ ਮੂਲ ਅਧਿਕਾਰ ਹੁੰਦੇ ਨੇ, ਬੱਚਿਆਂ ਨੂੰ ਹੋਸਟਲ ਦੇ ਵਿੱਚ ਆਉਣ ਜਾਣ ਦੀ ਆਜ਼ਾਦੀ, ਜਾਂ ਮਤਲਬ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ ਲਾਇਬ੍ਰੇਰੀ ਪੜ੍ਹਨ ਦੇ ਲਈ। ਪਰ ਇੱਥੇ ਸਿਸਟਮ ਉਲਟ ਹੋਇਆ ਪਿਆ ਪੰਜਾਬ ਯੂਨੀਵਰਸਿਟੀ 'ਚ। ਜਿਹੜੀਆਂ ਵੀ ਚੀਜ਼ਾਂ ਬੇਸਿਕ ਚੀਜ਼ਾਂ ਸੀ, ਮੁੱਢਲੀਆਂ ਲੋੜਾਂ ਨੇ ਬੱਚਿਆਂ ਦੀਆਂ, ਉਹਦੇ ਵਾਸਤੇ ਹਰੇਕ ਚੀਜ਼ ਵਾਸਤੇ ਪ੍ਰੋਟੈਸਟ ਕਰਨਾ ਪੈ ਰਿਹਾ। ਮਾਨ ਸਾਹਿਬ ਇਹ ਵਿਚਾਰ ਬਣਦੇ ਕਿੱਥੋਂ ਆ? ਜੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਬੱਚੇ ਪੜ੍ਹਨਗੇ, ਸੁਣਨਗੇ, ਲਾਇਬ੍ਰੇਰੀ 'ਚ ਜਾ ਕੇ ਬਹਿਸਾਂ ਕਰਨਗੇ, ਫੇਰ ਹੀ ਗਾਂ ਵਧਣਗੇ ਨਾ। ਇਹ ਕਹਿੰਦੇ ਉਹਨਾਂ ਵਿਚਾਰਾਂ ਨੂੰ ਹੀ ਮਾਰੋ, ਕਿਉਂਕਿ ਤਲਵਾਰ ਮਾਰਨੀ ਬੜੀ ਸੌਖੀ ਹੁੰਦੀ ਹੈ। ਤਲਵਾਰ ਇੱਕ ਜਾਣੇ ਕੋਲੇ ਆ, ਤਲਵਾਰ ਵਾਲੇ ਨੂੰ ਤੁਸੀਂ ਫੜ ਕੇ ਅੰਦਰ ਕਰ ਦਿਓ, ਜਾਂ ਤੁਸੀਂ ਉਹਦੇ 'ਤੇ ਕੋਈ ਉਹੋ ਜਿਹਾ ਹਿੰਸਾ ਕਰ ਦਿਓ, ਉਹ ਥੋੜ੍ਹਾ ਜਿਹਾ ਸੌਖਾ। ਪਰ ਜਿਹੜਾ ਵਿਚਾਰ ਮਾਰਨਾ ਨਾ ਬੜਾ ਔਖਾ। ਸਾਡਾ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸਾਡੇ ਗੁਰੂ, ਸਾਡੇ ਗਦਰੀ ਬਾਬੇ, ਉਹ ਸਾਰੇ ਜਿਹੜੇ ਵਿਚਾਰ ਦੇ ਕੇ ਗਏ ਆ ਸਾਨੂੰ, ਉਹ ਵਿਚਾਰ ਜਦੋਂ ਇਹ ਬੱਚੇ ਪੜ੍ਹਦੇ ਆ ਨਾ, ਤਾਂ ਫਿਰ ਇਹਨਾਂ 'ਚ ਇੱਕ ਨਵਾਂ ਖੂਨ ਉਬਾਲਾ ਜਿਹੜਾ ਮਾਰਦਾ, ਉਸ ਉਬਾਲੇ ਨੂੰ ਮਾਰਨ ਨੂੰ ਫਿਰਦੇ ਆ ਇਹ। ਉਹ ਸਾਰੀਆਂ ਸਿਲੇਬਸ ਬਦਲ ਕੇ, ਸਾਰੀਆਂ ਲਾਇਬ੍ਰੇਰੀਆਂ ਬੰਦ ਕਰਕੇ, ਕੁੜੀਆਂ ਨੇ ਨਹੀਂ ਉੱਥੇ ਜਾਣਾ, ਮੁੰਡਿਆਂ ਨੇ ਨਹੀਂ ਉੱਥੇ ਜਾਣਾ, ਕਿਹੜੇ ਵੇਲੇ ਖੋਲ੍ਹਣੀ ਆ, ਕਿਹੜੇ ਵੇਲੇ ਨਹੀਂ ਖੋਲ੍ਹਣੀ, ਇਹ ਪਾਬੰਦੀਆਂ ਤਾਂ ਲਾਉਂਦੇ ਆ ਉਹ। ਤੇ ਇੱਕ ਆਪਾਂ ਪਿਛਲੇ ਸਮੇਂ 'ਚ ਵੇਖਿਆ ਵੀ ਜਦੋਂ ਸੁਸ਼ਮਾ ਸਵਰਾਜ ਨੇ ਤੇ ਮੁਰਲੀ ਮਨੋਹਰ ਜੋਸ਼ੀ ਨੇ ਰੌਲਾ ਪਾ ਕੇ ਜਿਹੜੀ ਪਾਸ਼ ਦੀ ਕਵਿਤਾ ਸਭ ਤੋਂ ਖਤਰਨਾਕ, ਉਹ ਕਿਵੇਂ ਕਢਵਾਈ ਸੀ, ਸਿਲੇਬਸ 'ਚੋਂ ਕਢਵਾਈ ਆ, 12ਵੀਂ ਦੇ ਸਿਲੇਬਸ ਸੀ ਕਵਿਤਾ, ਉਹ ਉਹਨਾਂ ਨੇ ਕਢਾਈ ਹੈ ਰੌਲਾ ਪਾ ਕੇ, ਰਾਜ ਸਭਾ 'ਚ ਰੌਲਾ ਪਾਇਆ। ਫਿਰ ਇੱਕ ਖੰਡ ਦੇ ਖਿਡੌਣੇ ਕਵਿਤਾ ਸਾਡੇ 5ਵੀਂ ਦੇ ਪਾਠਕ੍ਰਮ 'ਚ ਹੁੰਦੀ ਸੀ, ਚੌਥੀ ਦੇ 'ਚ, ਉਹ ਉਹਨਾਂ ਨੇ ਪਾਠ ਕਢਾਇਆ ਵਿੱਚੋਂ। ਜਿਹੜੇ ਹੋਰ ਕੋਈ ਮਤਲਬ ਕਿਸੇ ਇਹੋ ਜਿਹੇ ਕਿਸਮ ਦੇ ਪਾਠ ਹੁੰਦੇ ਆ ਵਿੱਚ, ਉਹ ਵੀ ਇਹ ਕਢਾਉਂਦੇ ਆ। ਇਹਨਾਂ ਦੀ ਪਹਿਲੀ ਤੋਂ ਲਾ ਕੇ ਨਿਗਾਹ ਰੱਖੀ ਵੀ ਹੈ RSS ਦੀ, ਇਸ ਸੰਘੀ ਲਾਣੇ ਦੀ, ਬਈ ਇਹ ਘੱਟ ਗਿਣਤੀਆਂ ਨੂੰ, ਇਹਨਾਂ ਜਿਹੜੇ ਇਹੋ ਜਿਹੇ ਵਿਦਿਆਰਥੀ ਹੈ ਇਹਨਾਂ ਨੂੰ, ਚਾਹੇ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸੀ, ਚਾਹੇ ਦਿੱਲੀ ਯੂਨੀਵਰਸਿਟੀ ਹੈ, ਚਾਹੇ ਜਾਮੀਆ, ਉਹਨਾਂ ਯੂਨੀਵਰਸਿਟੀਆਂ 'ਚ ਸਾਰੀਆਂ 'ਚ ਇਹੀ ਦਮਨ ਹੁੰਦਾ ਆਇਆ ਨਾ ਹੁਣ ਤੱਕ।
ਇਸ ਦਮਨ ਨੂੰ ਜਦੋਂ ਕਿਸਾਨਾਂ ਨੇ ਮੋਦੀ ਦੇ ਮੂਹਰੇ ਝੰਡਾ ਚੱਕਿਆ ਉਦੋਂ ਤੋਂ ਇਹਨੂੰ ਠੱਲ ਪੈਣੀ ਸ਼ੁਰੂ ਹੋਈ ਆ। ਨਹੀਂ ਇਹ ਤਾਂ ਵੱਧ ਚੱਲੇ ਸੀ, ਇਹ ਤਾਂ ਅੱਗੇ ਹੀ ਅੱਗੇ ਵੱਧਦੇ ਜਾਂਦੇ ਸੀ। ਤਾਂ ਲੋਕਾਂ ਨੂੰ ਪਾੜਨਾ ਸਿੱਖ ਗਏ ਸੀ, ਦੰਗੇ ਕਰਾਉਣੇ, ਇੱਕ ਦੂਜੇ ਨਾਲੋਂ ਕੌਮਾਂ ਨੂੰ ਪਾੜ ਦੇਣਾ, ਧਰਮਾਂ ਨੂੰ ਪਾੜ ਦੇਣਾ। ਪਰ ਆ ਜਿਹੜਾ ਸਾਰਾ ਜਿਹੜਾ ਆਰਓ ਹੁਣ ਉੱਥੇ ਲਾਇਆ ਹੈ ਸਾਫ਼ ਕਰਨ ਦਾ, ਦਿੱਲੀ 10 ਮਹੀਨੇ ਹੋ ਗਏ ਬੈਠਿਆਂ ਨੂੰ, ਕਿਸਾਨਾਂ ਨੂੰ, ਉਹਨਾਂ ਨੇ ਕਾਰੋ ਲਾਤਾ। ਉਸ ਆਰਓ ਦੇ ਨਾਲ ਜਿੰਨੀ ਮਨਾਂ ਦੇ ਵਿੱਚ ਜ਼ਹਿਰ ਭਰੀ ਸੀ ਇਹਨਾਂ ਨੇ 100 ਸਾਲ ਦੀ ਉਹ ਸਾਰੀ ਕੱਢਤੀ, ਸਾਰੇ ਇਕੱਠੇ ਬੈਠੇ ਉੱਥੇ। ਇਸ ਕਰਕੇ ਬੱਚੇ ਵੀ ਇਕੱਠੇ ਹੋ ਗਏ ਕਿਉਂਕਿ ਬੱਚਿਆਂ ਨੂੰ ਪਤਾ ਲੱਗ ਗਿਆ। ਇਸੇ ਦੇ ਨਾਲ ਹੁਣ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੀ ਸੁਰੱਖਿਆ ਕਰਮੀ ਹੈ, ਉਹ ਕਿਹਦੇ ਮੁੰਡੇ ਆ? ਉਹ ਵੀ ਮੁੰਡੇ ਤਾਂ ਸਾਡੇ ਹੀ ਆ। ਉਹਨਾਂ ਨੂੰ ਪਤਾ, ਉਹਨਾਂ ਨੂੰ ਹੁਕਮ ਜ਼ਰੂਰ ਮੰਨਣਾ ਪੈਂਦਾ ਜੀ ਕੋਈ, ਪਰ ਮੁੰਡੇ ਤਾਂ ਸਾਡੇ ਆ ਨਾ। ਫੌਜ 'ਚ ਵੀ ਮੁੰਡੇ ਸਾਡੇ ਆ, ਪੁਲਿਸ 'ਚ ਵੀ ਮੁੰਡੇ ਸਾਡੇ ਆ। ਨਾ ਤਾਂ ਅਮਿਤ ਸ਼ਾਹ ਦਾ ਮੁੰਡਾ ਉੱਥੇ, ਨਾ ਉੱਥੇ ਮੋਦੀ ਦੇ ਤਾਂ ਹੈ ਹੀ ਨਹੀਂ ਭਲਾ, ਨਾ ਦੂਜਿਆਂ ਦੇ ਕਿਸੇ ਦੇ। ਅਤੇ ਉੱਥੇ ਜੇ ਸਾਡੇ ਮੁੰਡੇ ਆ ਉਹ ਸਾਡੀਆਂ ਗੱਲਾਂ ਨੂੰ ਸੁਣਦੇ ਵੀ ਆ, ਸਮਝਦੇ ਵੀ ਆ। ਗੱਲ ਕਰ ਵੀ ਉਹਨਾਂ ਕੋਲੇ ਉਹਨਾਂ ਦੀ ਡਿਊਟੀ ਇਸ ਕਿਸਮ ਦੀ ਲੱਗੀ ਵੀ ਜਿਹੜੀ ਡਿਊਟੀ ਉਹਨਾਂ ਨੂੰ ਨਿਭਾਉਣੀ ਪੈਂਦੀ ਆ। ਸਾਨੂੰ ਕੋਈ ਗੁੱਸਾ ਨਹੀਂ ਉਹਨਾਂ ਦੇ ਡਿਊਟੀ ਨਿਭਾਉਣ 'ਤੇ ਵੀ, ਪਰ ਉਹ ਮਾਨਸਿਕ ਤੌਰ 'ਤੇ ਸਾਡੇ ਨਾਲ ਆ। ਇਹ ਗੱਲ ਦਾ ਸਾਨੂੰ ਪੱਕਾ ਪਤਾ। ਵਾਪਸ ਅਮਨ ਦੇ ਮਦਰ ਵੱਲ ਚੱਲਦੇ ਆ। ਮਾਸੀ ਦੇ ਸਕੂਲ ਚਲੇ ਜਾਂਦੇ ਸੀਗੇ, ਫਿਰ ਬੱਚੇ 3 ਸੀਗੇ, ਅਮਨ ਦੇ ਵੱਡੇ ਸਿਸਟਰ ਵੀ ਸੀਗੇ, ਬ੍ਰਦਰ ਵੀ ਸੀ, ਹੈ ਨਾ। ਤਾਂ ਇਹਨਾਂ 'ਚੋਂ ਜ਼ਿਆਦਾ ਚੌੜ ਚੜਿੱਤਾ ਕੌਣ ਸੀ? ਅਮਨ ਨੂੰ ਫਿਰ ਕਿਵੇਂ ਹੈਂਡਲ ਕਰਦੇ ਸੀ ਤੁਸੀਂ, ਸੰਭਾਲਦੇ ਕਿਵੇਂ ਸੀ? ਨਹੀਂ ਠੀਕ ਆ, ਸਾਰੇ ਠੀਕ ਸੀਗੇ। ਇਹ ਥੋੜੀ ਜ਼ਿਆਦਾ ਚੁਸਤ ਸੀਗੀ, ਅਮਨ ਥੋੜੀ ਜ਼ਿਆਦਾ ਚੁਸਤ ਸੀ। ਹਾਂਜੀ ਹਾਂਜੀ, ਪਹਿਲਾਂ ਤੋਂ ਹੀ ਐਕਟਿਵ ਸੀਗੀ। ਹਾਂਜੀ ਹਾਂਜੀ। ਕੋਈ ਯਾਦ ਹੈ ਇਸ ਤਰ੍ਹਾਂ ਦੀ ਕੋਈ ਚੀਜ਼ ਯਾਦ ਹੋਵੇ ਕਿ ਅਮਨ ਦੀ ਜਿਹੜੀ ਇਹਨੇ ਚੌੜ ਕੀਤੀ ਹੋਵੇ, ਤੁਹਾਨੂੰ ਲੱਗਾ ਹੋਵੇ ਵੀ ਇਹ ਬਹੁਤ ਤੰਗ ਕਰਦੀ ਹੈ ਦੂਜਿਆਂ ਨਾਲੋਂ, ਬੱਚਿਆਂ ਨਾਲੋਂ? ਨਹੀਂ, ਸ਼ਰਾਰਤਾਂ ਤਾਂ ਵਾਧੂ ਕਰਦੀ ਸੀ। ਕਿਤੇ ਟੈਲੀਵਿਜ਼ਨ ਭੰਨਤਾ, ਕਿਤੇ ਕੋਈ ਚੀਜ਼ ਭੰਨਤੀ। ਕਿਉਂਕਿ ਅਸਲ 'ਚ ਉਹ ਨਾ ਵੀ ਜਿਹੜਾ ਅਵਾਲਾ ਬੱਚੇ ਦਾ ਪਹਿਲਾਂ ਤੋਂ ਉਹੋ ਜਿਹਾ ਹੁੰਦਾ ਨਾ ਸੁਭਾਅ, ਚੁਲਬੁਲਾ ਜਿਹਾ ਸੁਭਾਅ ਹੁੰਦਾ। ਬਸ ਇਹ ਸਕੂਟਰੀ ਤੇ ਲੱਤਾਂ ਤਾਂ ਇਹਦੀਆਂ ਥੱਲੇ ਨਾ ਲੱਗਣ। ਮੈਂ ਲਿਆ ਸਕੂਟਰੀ ਜਵਾਕ ਨੂੰ ਸਿਖਾਉਣ, ਮੈਂ ਹੌਲੀ ਹੌਲੀ ਵੱਡਿਆਂ ਨੂੰ ਤੁਸੀਂ ਇਹਨੂੰ ਵੀ ਸਿਖਾ ਲਾਂਗੇ। ਮੈਨੂੰ ਇਹ ਨਹੀਂ, ਮੈਂ ਇਕੱਲੀ ਨੇ ਚਲਾਉਣੀ, ਹਟੀ ਹੀ ਨਹੀਂ। ਮੈਂ ਕਿਹਾ ਵੀ ਚੱਲ ਡਿੱਗ ਕਿਹੜਾ ਦੇ ਸੱਟ ਵੱਜਣੀਆਂ, ਲੱਤਾਂ ਤਾਂ ਇਹਦੀਆਂ ਵਿੱਚ ਹੀ ਰਹਿ ਜਾਣੀ। ਮੈਂ ਫੜਾਤੀ, ਮੁੜ ਕੇ ਚੀਕਾਂ ਮਾਰੀ ਜਾਵੇ ਕਿ ਡੈਡੀ ਹੁਣੇ ਰੁਕੂ ਕਿਵੇਂ? ਮੈਂ ਹੁਣ ਰੋਕ ਲਾ ਜਿਵੇਂ ਰੋਕਣੀ ਆ ਪੁੱਤ, ਹੁਣ ਤੂੰ ਜਦ ਮੰਨਦੀ ਨਹੀਂ। ਮਤਲਬ ਸੁਭਾਅ ਬਾਗੀ ਹੋਈ ਆ ਪਹਿਲਾਂ ਤਾਂ ਇਹਦੇ 'ਚ ਕੋਈ। ਪਹਿਲੇ ਦਿਨ ਤੋਂ ਇਨਕਲਾਬੀ। ਸਕੂਟਰੀ ਡਿੱਗ ਪਈ, ਸਕੂਟਰੀ ਡਿੱਗ ਕੇ ਤੇ ਫਰਾਕ ਜੀ ਝੜਦੀ, ਹੱਸੀ ਜਾਵੇ ਨਾਲੇ ਫਰਾਕ ਝੜੀ ਜਾਵੇ। ਮੈਂ ਪੁੱਤ ਕੋਈ ਗੱਲ ਨਹੀਂ, ਤੈਨੂੰ ਹੁਣ ਪਤਾ ਲੱਗ ਗਿਆ ਨਾ ਵੀ ਤੇਰੀਆਂ ਲੱਤਾਂ ਥੱਲੇ ਅਜੇ ਰੁਕਣ ਵਾਲੀ ਨਹੀਂ ਕਿਸੇ। ਜਾਣੀ ਨਿੱਕੀ ਜੀ ਹੁੰਦੀ ਆ ਨਹੀਂ ਮੈਂ ਇਕੱਲੀ ਚਲਾਊਂ, ਮੈਂ ਤੁਹਾਡੇ ਨਾਲ ਨਹੀਂ ਚਲਾਉਣੀ, ਇੰਨਾ ਸੀਗਾ। ਅਤੇ ਮੈਨੂੰ ਵੀ ਐਂ ਸੀ ਵੀ ਬੱਚੇ ਨੂੰ ਜੇ ਟੋਕਤਾ ਨਾ, ਜੇ ਛੋਟਾ ਬੱਚਾ ਸਾਨੂੰ ਕਹਿੰਦਾ ਮਾਂ ਪਿਓ ਨੂੰ ਮੈਂ ਤੁਹਾਨੂੰ ਪਾਣੀ ਲਿਆ ਕੇ ਦੇਣਾ, ਜੇ ਅਸੀਂ ਉਹਦੇ ਚਪੇੜ ਮਾਰ ਦਿੰਦੇ ਹਾਂ, ਚੱਲ ਪਰੇ ਤੂੰ ਕੱਪੜੇ ਗੰਦੇ ਕਰ ਲੇਗਾ, ਚੱਲ ਤੂੰ ਡੋਲ ਦੇਂਗਾ, ਉਹਦਾ ਕੰਮ ਤੋਂ ਅਸੀਂ ਰੋਕਤਾ, ਉਹਦਾ ਗਾਂ ਰੋਕ ਹੀ ਲੱਗ ਜੂਗੀ। ਉਹਨੂੰ ਕੰਮ ਤੋਂ ਨਹੀਂ ਰੋਕਣਾ ਚਾਹੀਦਾ। ਬੱਚੇ ਨੂੰ ਆ ਪਤਾ, ਜੇ ਕਰਮ ਚੁੱਲ੍ਹੇ ਨੂੰ ਜਾਂਦਾ ਜਵਾਕ ਬਿੰਦੇ ਮਨੋਵਿਗਿਆਨ ਤਾਂ ਇਹੀ ਦੱਸਦਾ ਨਾ ਵੀ ਚੁੱਲ੍ਹੇ ਬਣੀ ਨੂੰ ਜਾਂਦਾ, ਤੁਸੀਂ ਉਹਨੂੰ ਫੇਰ ਚੱਕ ਕੇ ਲਿਆਉਂਦੇ ਆ, ਫੇਰ ਫੜ ਕੇ ਲਿਆਉਂਦੇ, ਫੇਰ ਰੱਖ ਲੈਂਦੇ, ਫੇਰ ਫੜ ਕੇ ਲਿਆਉਂਦੇ, ਫੇਰ ਰੱਖ ਕੇਰਾਂ ਚੁੱਲ੍ਹੇ ਕੋਲੇ ਜਾਊਗਾ, ਮਾੜਾ ਹੱਥ ਲਾ ਕੇ ਵੇਖ ਲੂਗਾ, ਤੱਤਾ ਉੱਥੇ ਮੁੜ ਕੇ ਜਾਣਾ ਨਹੀਂ ਰਹਿੰਦੀ ਹੈ, ਰੋਕਿਆ ਕਿਉਂ ਜਾ ਰਿਹਾ? ਹਾਂ, ਉਹਨੂੰ ਆਪੇ ਪਤਾ ਲੱਗ ਜਾਣਾ। ਮੈਨੂੰ ਅਸੀਂ ਬੱਚਿਆਂ ਨੂੰ ਥੋੜ੍ਹਾ ਜਿਹਾ ਉਹਦਾ ਭਵਿੱਖ ਮਾਰਦੇ ਹਾਂ, ਉਹ ਸਾਨੂੰ ਮਾਰਨਾ ਨਹੀਂ ਚਾਹੀਦਾ। ਉਹਨਾਂ ਨੂੰ ਗਮਲੇ ਦੇ ਫੁੱਲ ਨਾ ਬਣਾਓ, ਉਹਨਾਂ ਨੂੰ ਆਜ਼ਾਦ ਸਾਹ ਲੈ ਲੈਣ ਦਿਓ। ਬੱਚੇ ਬੜੇ ਅੱਜ ਕੱਲ੍ਹ ਦੇ ਚੁਸਤ ਆ, ਉਹ ਆਪਦਾ ਰਾਹ ਆਪ ਚੁਣ ਲੈਣਗੇ, ਕੋਈ ਰੌਲਾ ਨਹੀਂ। ਮਾਨ ਸਾਹਿਬ ਅਸੀਂ ਮਲੋਟ ਏਰੀਏ 'ਚ ਹੁੰਦੇ ਸੀਗੇ, ਉਦੋਂ ਜਸਪ੍ਰੀਤ ਪਹਿਲਾਂ ਪੜ੍ਹਦੀ ਹੁੰਦੀ ਸੀ। ਇਹ ਛੋਟੀ ਸੀ, 2.5-3 ਸਾਲ ਦੀ ਮਸਾਂ ਹੀ ਸੀ। ਜਦੋਂ ਹੁਣ ਇਹ ਸਕੂਲ ਦੇ ਟਾਈਮ ਮੈਂ ਇਹਨਾਂ ਨੂੰ ਤਿਆਰ ਕਰਦੀ ਸੀ, ਵੱਡੀ ਬੇਟੀ ਜਸਪ੍ਰੀਤ ਨੂੰ। ਇਹ ਅਮਨ ਪਹਿਲਾਂ ਜਾ ਕੇ ਬੱਗੀ 'ਚ ਬੈਠੀ ਹੁੰਦੀ ਸੀ। ਜਦੋਂ ਉਹਨੂੰ ਤਿਆਰ ਕਰਕੇ ਅਸੀਂ ਲੈ ਕੇ ਜਾਣਾ, ਕਹਿੰਦਾ ਪਹਿਲਾਂ ਉਤਰਨਾ ਨਾ, ਪਹਿਲਾਂ ਵਿੱਚ ਵੜ ਕੇ ਬਹਿ ਜਾਣਾ ਵੀ ਮੈਂ ਜਾਊਂਗੀ, ਪਹਿਲਾਂ ਮੈਂ ਜਾਊਂਗੀ। ਮਤਲਬ ਸਭ ਤੋਂ ਪਹਿਲਾਂ ਤਿਆਰ ਹੋ ਤਿਆਰ ਉਹ ਜਿਸ ਤਰ੍ਹਾਂ ਫਿਰਦੀ ਸੀ ਉਸ ਤਰ੍ਹਾਂ ਉਹਨੇ ਬਹਿ ਜਾਣਾ ਜਾ ਕੇ ਵੀ ਮੈਂ ਜਾਊਂਗੀ ਪਹਿਲਾਂ। ਹਾਂਜੀ ਲਾਈ ਨਹੀਂ ਸੀ, ਛੋਟੀ ਸੀ ਕਹਿੰਦਾ ਪਹਿਲਾਂ ਬੱਗੇ ਜਾ ਕੇ ਬਹਿ ਜਾਣਾ, ਮੈਂ ਵੀ ਜਾਣਾ ਨਾਲ। ਮੈਂ ਜਾਣਾ ਨਾਲ। ਅੱਛਾ, ਇੱਕ ਚੀਜ਼ ਹੋਰ ਹੈ ਜੀ ਕਿ ਤੁਸੀਂ ਪਿੰਡ 'ਚ ਰਹੇ ਹੋ, ਖਾਸ ਕਰਕੇ ਪੇਂਡੂ ਲੋਕਾਂ ਨਾਲ ਬਹੁਤ ਇਨ ਟੱਚ ਰਹੇ ਹੋਗੇ, ਅਲੱਗ-ਅਲੱਗ ਏਰੀਆ ਜਾ ਕੇ ਸਕੂਲਾਂ 'ਚ ਪੜ੍ਹਾ ਕੇ ਆਏ ਹੋ। ਆਪਣੇ ਪਿੰਡਾਂ ਵਾਲਿਆਂ ਦੀ ਨਾ ਇੱਕ ਬੜਾ ਮਤਲਬ ਇਹ ਚੀਜ਼ ਹੁੰਦਾ ਕਿ ਯਾਰ ਧੀਆਂ ਲੈ ਕੇ ਥੋੜ੍ਹਾ ਜ਼ਿਆਦਾ ਹੀ ਹੁੰਦੇ ਆ ਕਿ ਯਾਰ ਵੀ ਚੰਡੀਗੜ੍ਹ ਭੇਜਣਾ ਨਾ, ਪੜ੍ਹਾਉਣਾ ਤਾਂ ਯਾਰ ਵੀ ਕਿਤੇ ਬੱਚਾ ਖਰਾਬ ਨਾ ਹੋ ਜਾਏ ਨਾ, ਇਸ ਤਰ੍ਹਾਂ ਦੀ ਚੀਜ਼ਾਂ। ਮੁੰਡਿਆਂ ਨੂੰ ਲੈ ਕੇ ਵੀ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ, ਤਾਂ ਉਸ ਤਰ੍ਹਾਂ ਦੇ ਮਾਪੇ ਜਾਂ ਕਈ ਵਿਚਾਰੇ ਡਰਦੇ ਰਹਿੰਦੇ, ਉਹਨਾਂ ਨੂੰ ਕੀ ਕਹੋਗੇ ਤੁਸੀਂ? ਮਾਨ ਸਾਹਿਬ ਕਿਸੇ ਨੂੰ ਪੁੱਛ ਕੇ ਵੇਖ ਲਓ, ਹੁਣ ਵੀ ਤੇਰੀ ਕੁੜੀ ਨੂੰ ਅਸੀਂ ਕੱਲੀ ਨੂੰ ਆਈਲੈਟਸ ਕਰਨ ਵਾਸਤੇ ਭੇਜ ਦਿੰਦੇ ਹਾਂ, ਕੈਨੇਡਾ ਇੰਗਲੈਂਡ ਸਾਰੇ ਤਿਆਰ ਬੈਠੇ ਆ। ਕੀ ਗੱਲ ਉਹ ਬਾਹਰਲਾ ਘਰ ਆ ਸਾਡਾ? ਨਾਲੇ ਦੂਜੇ ਮੁਲਕ 'ਚ ਜਾਣਾ ਹੈ, ਉੱਥੇ ਕੋਈ ਸਾਡਾ ਸਕਾ ਨਹੀਂ, ਕੋਈ ਸੰਬੰਧੀ ਨਹੀਂ। ਇਹ ਧੰਨਵਾਦ ਕਰੋ ਉਹਨਾਂ ਮੁਲਕਾਂ ਦਾ, ਉਹਨਾਂ ਦੀਆਂ ਕੁੜੀਆਂ, ਉਹਨਾਂ ਨੇ ਸਾਡੀਆਂ ਕੁੜੀਆਂ ਨੂੰ ਕੱਲੀਆਂ ਜਾਣਾ ਸਿਖਾਤਾ। ਉਹ ਹੁਣ ਦੂਜਿਆਂ 'ਤੇ ਵੀ ਅਸਰ ਹੋਇਆ ਵੀ ਜੇ ਇਹਨਾਂ ਦੀਆਂ ਕੁੜੀਆਂ ਉੱਥੇ ਇੰਗਲੈਂਡ ਜਾ ਸਕਦੀਆਂ, ਕੈਨੇਡਾ ਜਾ ਸਕਦੀਆਂ ਪੜ੍ਹਨ ਵਾਸਤੇ, ਤੇ ਸਾਡੀਆਂ ਕੁੜੀਆਂ ਇੱਥੇ ਨਹੀਂ ਜਾ ਸਕਦੀਆਂ ਢੁੱਡੀ ਕੇ, ਸਾਡੀਆਂ ਕੁੜੀਆਂ ਚੰਡੀਗੜ੍ਹ ਨਹੀਂ ਜਾ ਸਕਦੀਆਂ। ਉਹਨਾਂ 'ਤੇ ਅਸਰ ਹੋਇਆ ਇਸ ਗੱਲ ਦਾ, ਕਿਉਂਕਿ ਕੁੜੀਆਂ ਜੇ ਪੜ੍ਹਨਗੀਆਂ ਫੇਰ ਹੀ ਉਹ ਆਈਲੈਟਸ ਕਰਨਗੀਆਂ, ਫੇਰ ਹੀ ਉਹ ਹਾਇਰ ਐਜੂਕੇਸ਼ਨ ਲੈਣਗੀਆਂ, ਫੇਰ ਹੀ ਉਹ ਆਪਦੇ ਪੈਰਾਂ 'ਤੇ ਖੜੀਆਂ ਹੋਣਗੀਆਂ।
1848 ਚ ਤਿੰਨ ਕ੍ਰਾਂਤੀਆਂ ਆਈਆਂ ਸੀ। 1848 ਚ ਸਾਡੇ ਸਭ ਤੋਂ ਵੱਡੀ ਕ੍ਰਾਂਤੀ ਸੀ ਜੋਤੀਬਾ ਫੂਲੇ ਦਾ ਸਕੂਲ ਖੋਲ੍ਹਣਾ। ਸਰਵੇਤਰੀ ਬਾਈ ਨੂੰ ਆਪਦੇ ਘਰ ਵਾਲੀ ਨੂੰ ਸਕੂਲ ਖੋਲ੍ਹ ਕੇ ਦਿੱਤੇ ਸੀ 1848 ਚ। 1848 ਤੋਂ ਪਹਿਲਾਂ ਕਿਸੇ ਔਰਤ ਨੂੰ ਪੜ੍ਹਨ ਦੀ ਆਗਿਆ ਹੀ ਹੈ ਨਹੀਂ ਸੀ, ਪੜ੍ਹਨ ਦੀ ਆਗਿਆ ਹੈ ਨਹੀਂ ਸੀ। 1848 ਚ ਹੀ ਇਕੱਲੀਆਂ ਔਰਤਾਂ ਦਾ ਅਮਰੀਕਾ ਚ ਮੁਜ਼ਾਹਰਾ ਹੁੰਦਾ। 1848 ਚ ਆ ਜਿਹੜਾ ਸਾਡਾ ਮੈਨੀਫੈਸਟੋ ਆ ਮਾਰਕਸਵਾਦੀ ਵਿਚਾਰਧਾਰਾ ਦਾ ਕਮਿਊਨਿਸਟ ਮੈਨੀਫੈਸਟੋ, ਇਹ ਆਉਂਦਾ। ਇਹ ਤਿੰਨੇ ਕ੍ਰਾਂਤੀਆਂ ਆਈਆਂ, ਪਰ ਤਿੰਨੇ ਕ੍ਰਾਂਤੀਆਂ ਦੀ ਮਾਂ ਕ੍ਰਾਂਤੀ ਕਿਹੜੀ ਆ? ਮਾਂ ਤਾਂ ਸਿੱਖਿਆ ਨਾ। ਤੇ ਸਾਡੇ ਮਾਂ ਕ੍ਰਾਂਤੀ ਹੈ ਜੋ ਜਨਮ ਲੈ ਰਹੀ ਹੈ ਜਦੋਂ ਦੂਜੀਆਂ ਮਾਂ ਕ੍ਰਾਂਤੀਆਂ ਮੁਜ਼ਾਹਰੇ ਕਰਦੀਆਂ ਫਿਰਦੀਆਂ ਸੜਕਾਂ 'ਤੇ, ਇੰਨੇ ਲੇਟ ਸੀ ਅਸੀਂ। ਤੇ ਉਹ ਲੇਟ ਸਾਡੀ ਹੁਣ ਨਿਕਲ ਰਹੀ ਹੈ। ਹੁਣ ਲੋਕ ਅੱਗੇ ਨਾਲੋਂ ਕੁੜੀਆਂ 'ਤੇ ਵੀ ਭਰੋਸਾ ਕਰਨ ਲੱਗੇ ਆ, ਆਪਦੇ ਬੱਚਿਆਂ 'ਤੇ ਵੀ ਭਰੋਸਾ ਕਰ। ਕੁਝ ਭਰੋਸੇ ਬਿਨਾਂ ਗੱਲ ਹੀ ਨਹੀਂ ਬਣਨੀ। ਜੇ ਅਸੀਂ 20 ਸਾਲ ਦੀ ਕੁੜੀ ਦੇ ਨਾਲ 3 ਸਾਲ ਦਾ ਜਵਾਕ ਭੇਜਦੇ ਹਾਂ ਵੀ ਜਾ ਪੁੱਤ ਦੁਕਾਨ 'ਤੇ ਤੇਰੀ ਭੈਣ ਚੱਲੀ ਆ, ਤੂੰ ਇਹਦੀ ਰਾਖੀ ਕਰ ਚੱਲ ਕੇ, ਹੁਣ 3 ਸਾਲ ਦਾ ਰਾਖੀ ਉਹਦੀ ਕਰ ਲੂਗਾ ਜਵਾਕ? ਨਹੀਂ ਕਰਨੀ ਉਹਨੇ। ਅਸਲ 'ਚ ਤਾਂ ਉਹਨੂੰ ਅਸੀਂ ਹੀਣਾ ਬਣਾ ਰਹੇ ਹਾਂ ਕੁੜੀ ਨੂੰ। ਜੇ ਉਹਦੇ ਰੱਖੜੀ ਬਣਾਉਣੇ, ਰੱਖੜੀ ਬਣਾਉਣ ਵੇਲੇ ਕਹਿੰਦੇ ਇਹ ਆ ਵੀ ਬੱਚਾ ਤੇਰਾ ਭਰਾ ਰਾਖੀ ਕਰੂਗਾ। ਕੀ ਗੱਲ ਉਹਨੇ ਆਪਣੀ ਉਦਾਸੀ ਨੇ ਤਾਂ ਲਿਖਿਆ ਸੀ ਵੀ ਮੇਰੀ ਤਲਵਾਰ ਰੱਖ ਦਿਓ ਮੇਰੀ ਡੋਲੀ 'ਚ, ਹੋਰ ਵੀਰੋ ਦਿਓ ਨਾ ਵਿਦਾਜ, ਇੱਕ ਤਲਵਾਰ ਮੇਰੀ ਡੋਲੀ ਵਿੱਚ ਰੱਖ ਦਿਓ। ਇਹ ਆ ਉਹ, ਇਹ ਕਵਿਤਾ, ਇਹ ਵਿਚਾਰ ਆ ਉਹ ਜਿਹੜੇ ਵਿਚਾਰ ਨੇ ਅੱਜ ਕੁੜੀਆਂ ਨੂੰ ਜਿਉਣਾ ਸਿਖਾਇਆ। ਇੱਕ ਚੀਜ਼ ਹੋਰ ਦੱਸੋ ਮਾਸਟਰ ਜੀ, ਤੁਸੀਂ ਅੱਛੀ ਖਾਸੀ ਸਮਝ ਰੱਖਦੇ ਹੋ, ਜਿਹੜੇ ਇਸ ਤਰ੍ਹਾਂ ਦੇ ਵੱਡੇ ਵਿਦਿਅਕ ਅਦਾਰੇ ਹੁੰਦੇ ਆ ਨਾ, ਉਹਨਾਂ ਦੇ ਵਿੱਚ ਜਿਹੜੀਆਂ ਹਾਈ ਪ੍ਰੋਫਾਈਲ ਪੋਸਟਾਂ ਜਾਂਦੀਆਂ ਨੇ, ਬੇਸ਼ੱਕ ਉਹ ਕੋਈ ਵੀਸੀ ਆ, ਕੋਈ ਡਾਇਰੈਕਟਰ ਲਾਉਣਾ, ਉਹ ਜ਼ਿਆਦਾਤਰ ਸੱਤਾਧਾਰੀ ਆ ਜਿਹੜੇ ਆਪਦੇ ਧਿਰ ਦੇ ਬੰਦੇ ਅਸੈਂਬਲ ਕਰ ਦਿੰਦੇ ਆ, ਉੱਥੇ ਫਿੱਟ ਕਰ ਦਿੰਦੇ ਆ ਨਾ। ਤਾਂ ਮਤਲਬ ਇਹਦਾ ਕਾਰਨ ਕੀ ਹੈ? ਮਤਲਬ ਕੀ ਸਮਾਜ ਨੂੰ ਬਣਾਉਣਾ ਕੀ ਚਾਹੁੰਦੇ ਆ ਸਾਨੂੰ? ਦੇਖੋ ਜੀ, ਅਸਲ 'ਚ ਤਾਂ ਇਹ ਹੈ ਵੀ ਸਾਰਾ ਜਿਹੜਾ ਤੰਤਰ ਹੈ, ਉਸ ਤੰਤਰ ਨੂੰ ਅਫਸਰਸ਼ਾਹੀ ਸਾਡੀ ਕੰਟਰੋਲ ਕਰਦੀ ਹੈ। ਚਾਹੇ ਰਾਜ ਇੱਥੇ ਕਿਸੇ ਦਾ, ਚਾਹੇ ਵਿਰੋਧੀ ਧਿਰ ਦਾ, ਚਾਹੇ ਕੁਛ ਆ, ਪਰ ਜਿਹੜੀਆਂ ਇਹੋ ਜਿਹੀਆਂ ਸੰਸਥਾਵਾਂ ਇਹਦੇ 'ਤੇ ਸੈਂਟਰ ਦਾ ਪਰਛਾਵਾਂ ਹੀ ਹੈ ਹਮੇਸ਼ਾ। ਅਤੇ ਸੈਂਟਰ ਦੇ ਵਿੱਚ ਇਸ ਵੇਲੇ ਸੰਘੀ ਲਾਣਾ ਬੈਠਾ। ਅਤੇ ਸੰਘੀ ਲਾਣੇ ਦੀ ਸੋਚ ਸਭ ਤੋਂ ਪਹਿਲੀ ਕੋਈ ਇਹ ਹੈ ਵੀ ਹਰ ਪੋਸਟ 'ਤੇ, ਜਿਹੜੀ ਵੀ ਪੋਸਟ ਕੋਈ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਰੱਖਦੀ ਹੈ ਸੰਬੰਧ, ਉਸ ਪੋਸਟ 'ਤੇ ਸਾਡਾ ਬੰਦਾ ਉੱਥੇ ਆਵੇ। ਇਹਨਾਂ ਦੀ ਪਹਿਲਾਂ ਹੀ ਸੋਚ ਇਹ ਹੈ। ਇਹ ਲਿਆ ਰਹੇ ਆ ਬਹੁਤ ਬੁਰੀ ਤਰ੍ਹਾਂ। ਪਰ ਅਸਲ 'ਚ ਜਿਹੜਾ ਕਿਸਾਨ ਕੋਲ ਸੀ ਨਾ, ਇਹਨਾਂ ਨੇ ਇਹਨਾਂ ਨੂੰ ਚੇਤਾ ਕਰਾਤਾ ਵੀ ਜਿੰਨਾ ਸਪਰਿੰਗ ਨੂੰ ਦੱਬੀਏ ਨਾ, ਉਹਨਾਂ ਸਪਰਿੰਗ ਦੀ ਤੜ ਵੱਧਦੀ ਹੁੰਦੀ ਆ, ਘਟਦੀ ਨਹੀਂ ਹੁੰਦੀ। ਹਾਂ, ਇਹ ਦੱਬਣ ਲੱਗੇ ਸੀ ਆਪਦੇ ਜਾਣੀ, ਪਰ ਉਹ ਸਪਰਿੰਗ ਦੀਆਂ ਤੜਾਂ ਵੇਖੀ ਜਾਓ ਤੁਸੀਂ, ਆਉਣ ਵਾਲੇ ਦਿਨਾਂ 'ਚ ਕੀ ਬਣਦਾ ਮਾਨ ਸਾਹਿਬ ਦੇਖੀ ਜਾਇਓ। ਹੁਣ ਇਸ ਵੇਲੇ ਨਾ ਜਿੰਨਾ ਪਤਲਾ ਹੋਇਆ ਲਾਣਾ, ਜਾਣੀ ਇਹ ਵੇਲੇ ਸੋਚਣ ਦਾ ਹੀ ਨਹੀਂ, ਸਾਰੀਆਂ ਸੋਚਾਂ ਇਹਨਾਂ ਦੀਆਂ ਤੋਂ ਪਾਰ ਹੋ ਗਿਆ ਕੰਮ ਵੀ ਹੁਣ ਅਸੀਂ ਕਰੀਏ ਕੀ ਯਾਰ, ਇਹਨਾਂ ਤੋਂ ਖਹਿੜਾ ਕਿਵੇਂ ਛੜਿਆ, ਖਹਿੜਾ ਛਡਾਉਣੇ ਔਖਾ ਹੋਇਆ ਪਿਆ। ਹਾਂ, ਸਾਨੂੰ ਤਾਂ ਕਹਿੰਦੇ ਸੀ ਨਾ ਵੀ ਇੰਨਾ ਚਿਰ ਕਿਵੇਂ ਬੈਠੋਗੇ। ਅਸੀਂ ਤਾਂ ਸਾਡੇ ਉਹ ਇੱਕ ਨਾ ਜਦੋਂ ਅੱਗੇ ਰੱਸਾ ਵੱਟਦੇ ਹੁੰਦੇ ਸੀ, ਰੱਸੇ ਦੇ ਇੱਕ ਹੋਰ ਛਾਣ ਲਾਉਂਦੇ ਹੁੰਦੇ ਵਿੱਚ, ਉਹਨੂੰ ਢਾਈ ਕਹਿੰਦੇ ਸੀ, ਢਾਈ ਵੀ ਢਾਈ ਹੋਰ ਲਾ ਦੇ। ਉਹ ਜੋ ਵੱਟੀ ਜਾਂਦੇ ਸੀ ਢਾਈ ਲੱਗਦੀ ਸੀ ਨਾਲ। ਸਾਡੇ ਤਾਂ ਢਾਈਆਂ ਲੱਗ ਗਈਆਂ ਨਾਲ। ਸਾਡਾ 4 ਸਾਲ ਦਾ ਜਵਾਕ ਵੀ ਨਾਅਰੇ ਲਾਈ ਜਾਂਦਾ, 10 ਸਾਲ ਦਾ ਜਵਾਕ ਵੀ ਨਾਅਰੇ ਲਾਈ ਜਾਂਦਾ, 15 ਸਾਲ ਦਾ ਜਵਾਕ ਵੀ ਨਾਅਰੇ ਲਾਈ ਜਾਂਦਾ। ਸਾਡੇ ਤਾਂ ਢਾਈਆਂ ਲੱਗ ਗਈਆਂ ਨਾਲ। ਜਿਹੜੇ ਅੱਜ 4 ਸਾਲ ਦੇ ਜਵਾਕ ਨਾਅਰੇ ਲਾਈ ਜਾਂਦੇ, ਕੱਲ੍ਹ ਨੂੰ ਵਿਪਤਾ ਤਾਂ ਪਾਉਂਦੇ ਵੇਖਿਓ ਇਹਨਾਂ ਨੂੰ, ਕਿਉਂਕਿ ਢਾਈ ਲੱਗ ਗਈ ਨਾ ਰੱਸੇ ਦੀ। ਹਾਂ, ਉਹ ਢਾਈ ਲੱਗ ਗਈ। ਮਾਤਾ ਜੀ ਵੱਲ ਚੱਲਦੇ ਹਾਂ ਜੀ। ਜੇ ਲੋੜ ਪੈ ਗਈ ਝੰਡਾ ਚੱਕ ਕੇ ਚੰਡੀਗੜ੍ਹ ਜਾਣ ਦੀ, ਡੇਰਾ ਲਾ ਲਓਗੇ ਉੱਥੇ? ਜਾਵਾਂਗੇ, ਹਾਂਜੀ ਜ਼ਰੂਰ ਪਹੁੰਚਾਂਗੇ। ਹਾਂਜੀ ਹਾਂਜੀ, ਜਥੇਬੰਦੀ 'ਚ ਪਹਿਲਾਂ ਜੁੜੇ ਹੋਏ ਆ, ਨਾਲ ਪਹੁੰਚਾਂਗੇ ਜ਼ਰੂਰ। ਜਿਹੜੇ ਹੱਕ ਆ ਉਹਦੇ ਉਹ ਲੈਣੇ ਆ, ਕਿਉਂਕਿ ਜਿਹੜੀ ਇਹਨੀ ਯੂਨੀਵਰਸਿਟੀ ਆ ਇਹਨਾਂ ਦੇ ਹੱਥੋਂ ਖੁੱਸ ਰਹੀ ਆ, ਤੇ ਇਹ ਆਪਾਂ ਪਹੁੰਚਾਂਗੇ, ਜ਼ਰੂਰ ਪਹੁੰਚਾਂਗੇ। ਹਾਂਜੀ ਹਾਂਜੀ। ਅੱਛਾ ਜੀ, ਤੁਹਾਡਾ ਮਤਲਬ ਤੁਹਾਡੇ ਹਿਸਾਬ ਨਾਲ ਮੰਨ ਲਓ ਜੇ ਲੋੜ ਪੈਂਦੀ ਹੈ ਅਗਲੇ ਐਕਸ਼ਨ ਦੀ, ਤਾਂ ਅਗਲਾ ਐਕਸ਼ਨ ਕਿਹੋ ਜਿਹਾ ਹੋਣਾ ਚਾਹੀਦਾ? ਐਕਸ਼ਨ ਹੁਣ ਤਿੱਖਾ ਹੋਊਗਾ ਜੀ, ਜਾਂ ਉਹ ਲੈ ਲੈਣ ਵਾਪਸ। ਜੇ ਨਾ ਵਾਪਸ ਲੈਣਗੇ ਤਾਂ ਫਿਰ ਇਹਦੇ ਨਾਲ 5-7 ਮੰਗਾਂ ਅਸੀਂ ਹੋਰ ਵੀ ਮਨਾ ਲੈਣੀਆਂ, ਕਿਉਂਕਿ ਪਤਾ ਹੀ ਆ ਨਾ ਵੀ ਜਦੋਂ ਇੱਕ ਵਾਰੀ ਜਾ ਕੇ ਬਹਿ ਗਏ ਫਿਰ ਇਕੱਲੀ ਮੰਗ ਤਾਂ ਰਹਿਣੀ ਨਹੀਂ ਕਿ ਵੀ ਪਰਚੇ ਦਰਜ ਕਰ ਦਿਓ। ਪਰਚੇ ਦਰਜ ਕਰਨ ਵਾਸਤੇ ਤਾਂ ਸਾਨੂੰ ਐਡਾ ਬੈੱਡ ਵਿੱਢਣ ਦੀ ਲੋੜ ਹੀ ਨਹੀਂ। ਫਿਰ ਅਸੀਂ ਇੱਕ ਐਨ ਰਣਨੀਤੀ ਬਣਾ ਕੇ ਜਾਵਾਂਗੇ। ਹੁਣ ਰੋਕਾਂ ਰਾਕਾਂ ਵੀ ਸਾਰੀਆਂ ਚੁਕਾਉਣੀਆਂ ਇਹਦੀਆਂ, ਕੁਛ ਨਹੀਂ ਛੱਡਣਾ ਉੱਥੇ। ਹਾਂ, ਫਿਰ ਇਹ ਬਣਾ ਕੇ ਲਿੱਤਾ ਰਹਾਂਗੇ। ਤੁਸੀਂ ਸਮਾਂ ਦਿੱਤਾ, ਔਰ ਤੁਹਾਡਾ ਸਭ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਇਹ ਅਮਨ ਦੇ ਮਾਤਾ ਪਿਤਾ ਸੀ ਜਿਨ੍ਹਾਂ ਨਾਲ ਗੱਲਬਾਤ ਕਰਾਈ। ਇਸੇ ਤਰ੍ਹਾਂ ਪੰਜਾਬ ਲੋਕ ਮਤ ਟੀਵੀ ਨਾਲ ਜੁੜੇ ਰਹੋ। ਬਹੁਤ ਬਹੁਤ ਮਿਹਰਬਾਨੀ।